So we were doing error analysis. So we have seen some measurements. Now we see the significant figures here. So say we have 3.152. So here you have 4 significant figures. And if you have so 4 significant figures, so in this you have 5 significant figures, 1 2 3 4 5, 1 2 3 4 5 6, so 6 significant figures. So there is a decimal 3.3 decimal 152, 3 decimal 1524, 3 decimal 15243. ਜਿੰਨੇ ਇਹ 'ਚ ਸਿਗਨੀਫੀਕੈਂਟ ਫਿਗਰ ਜ਼ਿਆਦਾ ਹੁੰਦੇ ਆ ਉਨੀ ਐਕੂਰੇਟ ਮੇਜਰਮੈਂਟ ਹੁੰਦੀ ਆ, ਉਨਾ ਵਧੀਆ ਉਹ ਨਾਪਿਆ ਗਿਆ ਹੁੰਦਾ। ਇਹਦਾ ਮਤਲਬ ਉਹ ਇੰਸਟਰੂਮੈਂਟ ਜਿਹਦੇ ਨਾਲ ਤੁਸੀਂ ਨਾਪਿਆ, ਜਿਹਦੇ ਵਿੱਚ ਡੈਸੀਮਲ ਤੋਂ ਬਾਅਦ ਵਾਲੀਆਂ ਚੀਜ਼ਾਂ, ਬਾਅਦ ਵਾਲੀਆਂ ਥਾਵਾਂ ਜ਼ਿਆਦਾ ਸਾਨੂੰ ਮਿਲਣ, ਉਹ ਉਨਾ ਹੀ ਵਧੀਆ। ਜਿੱਦਾਂ ਆਹ ਵਾਲੇ ਇਹਦੇ 'ਚ ਡੈਸੀਮਲ ਤੋਂ ਬਾਅਦ ਸਾਨੂੰ 5 ਥਾਵਾਂ ਮਿਲੀਆਂ, ਇਹਦਾ ਮਤਲਬ ਇਹ ਬਹੁਤ ਹੀ ਜ਼ਿਆਦਾ ਐਕੂਰੇਟ, ਬਹੁਤ ਵਧੀਆ ਇੰਸਟਰੂਮੈਂਟ ਆ। ਇਹ ਜ਼ਿਆਦਾ ਵਧੀਆ ਤਰੀਕੇ ਨਾਲ ਤੁਹਾਨੂੰ ਨਾਪ ਕੇ ਦੇ ਸਕਦਾ। ਇਹ 'ਚ 6 ਸਿਗਨੀਫੀਕੈਂਟ ਫਿਗਰ ਆ। ਹੁਣ ਸਿਗਨੀਫੀਕੈਂਟ ਫਿਗਰ ਆਪਾਂ ਲੈਣੀਆਂ ਕਿੱਦਾਂ ਆ? ਜਿੱਦਾਂ ਮੰਨ ਲਓ ਇੱਕ ਨੰਬਰ ਲਿਖਿਆ 1,13,456 ਹੈ ਨਾ। ਸੋ ਇਹ ਵਾਲਾ ਜਿਹੜਾ ਨੰਬਰ ਆ ਇਹ ਆਪਣੇ ਕੋਲ ਇਹ 'ਚ ਸਾਰੇ ਹੀ ਜਿੰਨੇ ਵੀ ਆ 1 2 3 4 5 ਇਹ ਸਾਰੇ ਹੀ ਸਿਗਨੀਫੀਕੈਂਟ ਆ। ਸੋ ਇਹਦੇ ਵਿੱਚ ਦੇਖੋ, ਇਹਦੇ ਵਿੱਚ ਜ਼ੀਰੋਜ਼ ਆਈਆਂ ਵਾ, ਇਹ ਵਿਚਕਾਰ ਆਈਆਂ ਵਾ, ਬੇਸ਼ੱਕ ਡੈਸੀਮਲ ਲੱਗਿਆ ਬਟ ਇੱਧਰ ਵੀ ਨੰਬਰ ਆ, ਇੱਧਰ ਵੀ ਨੰਬਰ ਆ, ਇਸ ਲਈ ਇਹ ਸਾਰੀਆਂ ਜ਼ੀਰੋਜ਼ ਸਿਗਨੀਫੀਕੈਂਟ ਹੈਗੀਆਂ ਆ। ਸੋ ਜ਼ੀਰੋਜ਼ ਆਰ ਸਿਗਨੀਫਿਕੈਂਟ। ਆਹ ਸਾਰੀਆਂ ਜ਼ੀਰੋਜ਼ ਜਿਹੜੀਆਂ ਇੱਧਰਲੇ ਪਾਸੇ ਆ, ਇੱਧਰ ਕੋਈ ਨੰਬਰ ਨਹੀਂ ਹੈਗਾ, ਮੇਨ ਨੰਬਰ ਕੋਈ ਨਹੀਂ ਹੈਗਾ 1 2 3 ਟਾਈਪ, ਸਾਰੀਆਂ ਜ਼ੀਰੋਜ਼ ਹੀ ਆ। ਸੋ ਡੈਸੀਮਲ ਵੀ ਲੱਗਾ ਆ, ਜ਼ੀਰੋ ਇੱਧਰਲੀ ਜ਼ੀਰੋ ਵੀ ਆ, ਆਹ ਵਾਲੀਆਂ ਜ਼ੀਰੋਜ਼ ਵੀ ਆ, ਇਹਨਾਂ ਦਾ ਕੋਈ ਮਤਲਬ ਨਹੀਂ ਹੈਗਾ। ਇਹਦਾ ਮਤਲਬ ਇਹਦੇ 'ਚ ਸਿਰਫ 3 ਸਿਗਨੀਫਿਕੈਂਟ ਫਿਗਰ ਆ। ਹੁਣ ਆਹ ਵਾਲਾ ਨੰਬਰ ਆ, ਇਹ ਵਾਲੇ ਨੰਬਰ ਦੇ ਵਿੱਚ ਆਪਣੇ ਕੋਲ ਆਹ ਵਾਲੀਆਂ ਜ਼ੀਰੋ ਤਾਂ ਕਿਸੇ ਕੰਮ ਦੀਆਂ ਨਹੀਂ ਹੈ, ਪਹਿਲਾਂ ਹੀ ਆਪਾਂ ਦੱਸਿਆ, ਪਰ ਆਹ ਵਾਲੀਆਂ ਜ਼ੀਰੋ ਕਿੰਨੀਆਂ, ਕਿਉਂਕਿ ਇੱਥੇ ਡੈਸੀਮਲ ਲੱਗਾ। ਜੇ ਡੈਸੀਮਲ ਲੱਗਣ ਤੋਂ ਬਾਅਦ ਐਂਡ 'ਤੇ ਮੀਨਸ ਯੂ ਕੈਨ ਸੇ ਰਾਈਟ ਹੈਂਡ ਸਾਈਡ 'ਤੇ ਜਿਹੜੀਆਂ ਜ਼ੀਰੋਜ਼ ਆਉਂਦੀਆਂ ਆ ਉਹ ਸਿਗਨੀਫਿਕੈਂਟ ਹੁੰਦੀਆਂ। ਇਹਦਾ ਮਤਲਬ 1 2 3 4 5 6 7, ਸੋ 7 ਸਿਗਨੀਫਿਕੈਂਟ ਜਿਹੜੇ ਡਿਜਿਟਸ ਆ ਇਹਦੇ ਵਿੱਚ ਹੈਗੇ ਆ। ਸੋ ਸਿਮਿਲਰਲੀ ਵੀ ਹੈਵ ਸੇ so we have 20500। so here these zeros without ਇੱਥੇ ਕੋਈ ਡੈਸੀਮਲ ਨਹੀਂ ਲੱਗਿਆ, ਇਸ ਕਰਕੇ ਇਹ ਵਾਲੀਆਂ ਦੋਨੋਂ ਜ਼ੀਰੋ ਸਿਗਨੀਫਿਕੈਂਟ ਨਹੀਂ ਹੁੰਦੀਆਂ। ਪਰ ਇਹੀ ਮੰਨ ਲਓ ਅਸੀਂ ਕੋਈ ਲੰਬਾਈ ਨਾਪਦੇ, ਮੀਟਰ ਦੇ ਵਿੱਚ ਨਾਪਦੇ, ਤਾਂ ਉਹ ਮੀਟਰ 'ਚ ਨਾਪਣ ਲੱਗੇ ਉਹ ਸੱਚੀ ਮੁੱਚੀ ਇੰਨਾ ਹੀ ਆਨਸਰ ਆਉਂਦਾ 20500 ਮੀਟਰ। ਤਾਂ ਉਹ ਤਾਂ ਫਿਰ ਅਸੀਂ ਨਹੀਂ ਨਾ ਇਹ ਜ਼ੀਰੋਜ਼ ਲਾਈਆਂ, ਇਹ ਤਾਂ ਮੀਟਰ ਨਾਪਣ 'ਤੇ ਆਈਆਂ। ਹੋ ਸਕਦਾ ਇੱਥੇ 0 ਦੀ ਥਾਂ 'ਤੇ 0 1 ਆਇਆ ਹੁੰਦਾ, ਹੋ ਸਕਦਾ ਇੱਥੇ 12 ਆਇਆ ਹੁੰਦਾ, ਇੱਥੇ ਹੋ ਸਕਦਾ 13 ਆਇਆ ਹੁੰਦਾ। ਮੀਨਸ ਇਟ ਕੈਨ ਬੀ 5 1 2, ਇਟ ਕੈਨ ਬੀ 2 0 5 0 3। ਇਹ ਤਾਂ ਮੇਜਰਮੈਂਟ ਕੀਤੀ ਨਾ, ਜਦੋਂ ਮੇਜਰਮੈਂਟ ਕੀਤੀ ਉਹ ਕਰਦੇ ਕਰਦੇ ਉਹ ਚੀਜ਼ ਉੱਥੇ ਮੁੱਕ ਗਈ ਜਿੱਥੇ ਜ਼ੀਰੋਆਂ ਸੀਗੀਆਂ, ਇਸ ਲਈ ਇੱਥੇ ਇਹਦੇ ਨਾਲ ਮੀਟਰ ਲੱਗਾ ਵਾ, ਇਹ ਨਾਪਿਆ ਵਾ ਆਪਾਂ ਨੇ। ਸੋ ਜਦੋਂ ਅਸੀਂ ਮੇਜਰ ਕੀਤਾ ਤਾਂ ਫਿਰ ਆਹ ਵਾਲੀਆਂ ਜ਼ੀਰੋਜ਼ ਵੀ ਕਾਊਂਟ ਕਰਨੀਆਂ ਆ। ਨਾਓ ਦੇਅਰ ਆਰ 1 2 3 4 5 ਸਿਗਨੀਫਿਕੈਂਟ ਫਿਗਰ ਇਹ ਮੇਜਰ ਕਰਕੇ ਆਈਆਂ। ਆਹ ਮੇਜਰ ਕਰਕੇ ਨਹੀਂ, ਵੈਸੇ ਕੋਈ ਨੰਬਰ ਤੁਸੀਂ ਲਿਖਿਆ, ਇਸ ਲਈ ਇਹ ਵਾਲੀਆਂ ਜ਼ੀਰੋਜ਼ ਜਿਹੜੀਆਂ ਐਂਡ ਵਾਲੀਆਂ ਜ਼ੀਰੋਜ਼, ਇੱਥੇ ਡੈਸੀਮਲ ਵੀ ਹੈ ਨਹੀਂ ਸੀਗਾ, ਸੋ ਇਹਨਾਂ ਨੂੰ ਅਸੀਂ ਨਹੀਂ ਕਾਊਂਟ ਕਰਦੇ ਹੈਗੇ। ਸੋ ਇਹ ਆਪਾਂ ਚੀਜ਼ ਦਾ ਜਿਹੜਾ ਉਹ ਧਿਆਨ ਰੱਖਣਾ ਵਾ। ਨਾਓ ਯੂ ਨੋ ਦਾ ਰਾਊਂਡਿੰਗ ਆਫ ਰਾਊਂਡ। ਸੋ ਰਾਊਂਡ ਕਿੱਦਾਂ ਕਰਨਾ? ਰਾਊਂਡ ਜਿੱਦਾਂ ਆਪਾਂ ਤਾਂ ਛੋਟੇ ਹੁੰਦੇ ਤੁਹਾਨੂੰ ਯਾਦ ਹੋਣਾ, ਜਦੋਂ ਤੁਹਾਡਾ ਆਨਸਰ ਆ ਜਾਂਦਾ ਸੀਗਾ 5.38, ਤੁਸੀਂ ਕੀ ਕਰਦੇ ਸੀਗੇ 5.4 ਲਿਖ ਦਿੰਦੇ ਸੀਗੇ। ਜੇ ਤੁਹਾਡਾ ਆਨਸਰ ਆ ਜਾਂਦਾ ਸੀਗਾ 5.35, ਤੁਸੀਂ ਕਰਦੇ ਸੀ ਜੀ 5 ਆ ਗਿਆ, 35 ਆ ਗਿਆ, ਇਹਨੂੰ 40 ਕਰ ਦਿਓ। ਸੋ ਇੱਦਾਂ ਕਰਕੇ ਤੁਸੀਂ ਇਹਨੂੰ ਰਾਊਂਡ ਕਰ ਦਿੰਦੇ ਸੀ ਵੀ ਇਹ 35 ਜਿਹੜਾ ਉਹ 40 ਦੇ ਨੇੜੇ ਆ, 38 ਵੀ 40 ਦੇ ਨੇੜੇ ਆ, ਤਾਂ ਇੱਥੇ ਤੁਸੀਂ 0 ਵੀ ਲਾ ਸਕਦੇ ਹੋ ਵੀ 38 ਜਿਹੜਾ ਉਹ 40 ਦੇ ਨੇੜੇ ਆ, ਜਾਂ 35 ਜਿਹੜਾ ਉਹ 40 ਦੇ ਨੇੜੇ ਆ। ਸੋ ਇੱਦਾਂ ਕਰਕੇ ਤੁਸੀਂ ਰਾਊਂਡ ਕਰਨ ਦੀ ਕੋਸ਼ਿਸ਼ ਕਰਦੇ ਆ। ਸੋ ਯੂਜ਼ਲੀ ਆਪਾਂ ਆਹ ਵਾਲੀ ਜ਼ੀਰੋ ਫਿਰ ਜੇ ਰਾਊਂਡ ਕਰਨਾ ਹੀ ਹੁੰਦਾ ਤਾਂ ਫਿਰ ਆਹ ਵਾਲੀ ਜ਼ੀਰੋ ਉਡਾ ਦਿੰਦੇ ਹੁੰਦੇ ਆ, ਫਿਰ ਕਿਉਂਕਿ ਆਪਾਂ ਇੱਕ ਘਟਾਉਂਦੇ ਹੁੰਦੇ ਆ, ਇੱਕ ਘੱਟ ਕੇ ਹੀ ਲਿਖਦੇ ਹੁੰਦੇ ਆ। ਸੋ ਇਹਨੂੰ ਰਾਊਂਡ ਕਰਨਾ ਕਹਿੰਦੇ ਆ। ਸੋ ਦਿਸ ਯੂ ਕੈਨ ਗੋ ਥਰੂ। ਸੋ ਇਹ ਤੁਸੀਂ ਆਪਣੀ ਬੁੱਕ 'ਚ ਦੇਖ ਲੈਣਾ ਵੇਰੀਅਸ ਤਰੀਕੇ ਕਿਹੜੇ ਹੈਗੇ ਆ। ਸਰਾਊਂਡ ਕਰਨ ਲੱਗੇ ਇਹ ਧਿਆਨ ਦੇਣਾ ਵਾ ਕਿ ਈਵਨ ਅਤੇ ਓਡ ਦਾ ਵੀ 'ਚ ਚੱਕਰ ਪੈਂਦਾ ਕਿ ਈਵਨ ਨੰਬਰ ਹੈਗਾ, ਓਡ ਨੰਬਰ ਹੈਗਾ, ਉਹਦੇ ਹਿਸਾਬ ਨਾਲ ਉਹਨੂੰ ਅਸੀਂ ਈਵਨ ਹੀ ਬਣਾਉਣਾ ਹੁੰਦਾ ਵਾ ਰਾਊਂਡ ਕਰਨ ਲੱਗਿਆਂ। ਸੋ ਇਹ ਵਾਲੀ ਚੀਜ਼ ਜਿਹੜੀ ਆ ਉਹਦਾ ਧਿਆਨ ਦੇਣਾ। ਦੈਨ ਜਿਹੜੇ ਐਰਰਸ ਹੈਗੇ ਆ ਉਹ ਆਪਣੇ ਕੋਲ ਕੋਂਸਟੈਂਟ ਐਰਰ ਹੋ ਸਕਦੇ ਆ, ਐਰਰ ਦੀਆਂ ਕਿਸਮਾਂ ਆ ਆਪਣੇ ਕੋਲ।
ਸੋ ਕੌਨਸਟੈਂਟ ਐਰਰ ਹੋ ਸਕਦਾ। ਸੋ ਜਦੋਂ ਜਿਹੜਾ ਰਿਜ਼ਲਟ ਆ, ਜਿਹੜੀਆਂ ਤੁਸੀਂ ਓਬਜ਼ਰਵੇਸ਼ਨਸ ਕੀਤੀਆਂ, ਓਬਜ਼ਰਵੇਸ਼ਨਸ ਦਾ ਕੀ ਮਤਲਬ ਹੁੰਦਾ, ਐਕਚੁਅਲੀ ਜਿਹੜੀ ਫਿਜ਼ਿਕਸ ਆ ਜਾਂ ਕੈਮਿਸਟਰੀ ਆ, ਇਹ 'ਚ ਤੁਸੀਂ ਕਾਫੀ ਸਾਰਾ ਕੰਮ ਓਬਜ਼ਰਵੇਸ਼ਨ ਪ੍ਰੀਖਣਾਂ 'ਤੇ ਕਰਦੇ ਆ। ਜਿੱਦਾਂ ਤੁਸੀਂ ਫੁੱਟੇ ਨਾਲ ਸਕੇਲ ਨਾਲ ਨਾਪਦੇ, ਹੁਣ ਤੱਕ ਮੈਂ ਸਕੇਲ ਦੀ ਹੋਈ ਗੱਲ ਕਰਦਾ ਸੀ। ਦੈਨ ਯੂ ਵਿਲ ਸਟਾਰਟ ਯੂਜ਼ਿੰਗ ਵਰਨੀਅਰ ਕੈਲੀਪਰ। ਸੋ ਵਰਨੀਅਰ ਕੈਲੀਪਰ ਵੀ ਯੂਜ਼ ਕਰੋਗੇ ਤੁਸੀਂ, ਫਿਰ ਸਕਰੀਊ ਗਾਜ ਵੀ ਯੂਜ਼ ਕਰੋਗੇ, ਹੈ ਨਾ। then you will use say microscope, and then you have various instruments to measure various things. So similarly you may measure time, and you may measure mass, or you may measure any other physical quantity using some instrument. So you may measure temperature using thermometer or some other instrument. ਸੋ ਓਬਜ਼ਰਵੇਸ਼ਨ ਤੁਸੀਂ ਦੇਖਦੇ ਆ ਵੀ ਆਪਾਂ ਕੀਤਾ ਹੈ, ਕਿੰਨਾ ਲੰਬਾ ਆ, ਕਿੰਨਾ ਭਾਰਾ ਆ, ਕਿੰਨੀ ਗਰਮੀ ਆ, ਕਿੰਨੀ ਲਾਈਟ ਆ, ਕਿੰਨਾ ਕਰੰਟ ਆ, ਵੋਲਟਮੀਟਰ, ਐਮੀਟਰ ਆ। ਸੋ ਉਹ ਸਾਰਾ ਕੁਝ ਤੁਸੀਂ ਨਾਪਦੇ ਆ, ਤੁਸੀਂ ਓਬਜ਼ਰਵ ਕਰਦੇ ਆ। ਸੋ ਤੁਸੀਂ ਧਿਆਨ ਨਾਲ ਪ੍ਰੀਖਣ ਕਰਦੇ ਆ ਉਹਦਾ, ਉਹਨੂੰ ਦੇਖਦੇ ਆ, ਪ੍ਰੀਖਣ ਕਰਦੇ ਆ। ਤਾਂ ਫਿਰ ਉਹ ਜਿਹੜੀਆਂ ਮੇਜਰਮੈਂਟ ਆਉਂਦੀਆਂ, ਉਹਦੇ ਵਿੱਚ ਤੁਹਾਡੀਆਂ ਗਲਤੀਆਂ ਕਿਉਂ ਹੋ ਰਹੀਆਂ, ਕਿੱਦਾਂ ਹੋ ਰਹੀਆਂ, ਉਹਦੇ ਬਾਰੇ ਜਾਣਨਾ ਆਪਾਂ ਸਿੱਖਦੇ ਪਏ ਆ। ਸੋ ਇੱਥੇ ਅਸੀਂ ਦੇਖਦੇ ਹਾਂ ਕਿ ਵੀ ਜਿਹੜੀਆਂ ਐਰਰਸ ਹੈਗੀਆਂ ਮੇਜਰਮੈਂਟ ਕਰਨ ਲੱਗੇ, ਤਰੁੱਟੀਆਂ ਆ ਜਾਂਦੀਆਂ, ਉਹ ਜਿਹੜੀਆਂ ਹੁੰਦੀਆਂ ਉਹਦੀਆਂ ਕਿਸਮਾਂ ਹੈਗੀਆਂ। ਕੌਨਸਟੈਂਟ ਐਰਰ ਹੁੰਦਾ ਹੈਗਾ। ਕੌਨਸਟੈਂਟ ਐਰਰ ਜਿਹੜਾ ਹੁੰਦਾ ਉਹ ਕੀ ਹੁੰਦਾ ਕਿ ਜਦੋਂ ਓਬਜ਼ਰਵੇਸ਼ਨ ਅਸੀਂ ਕਰਦੇ ਹਾਂ, ਜਿਹੜਾ ਉਹਦਾ ਰਿਜ਼ਲਟ ਆਉਂਦਾ ਵਾ, ਵੈਨ ਦ ਰਿਜ਼ਲਟ ਆਫ ਅ ਸੀਰੀਜ਼ ਆਫ ਓਬਜ਼ਰਵੇਸ਼ਨ ਆਰ ਇਨ ਐਰਰ ਬਾਏ ਦਾ ਸੇਮ ਅਮਾਊਂਟ, ਬਾਰ ਓਨਾ ਹੀ ਫਰਕ ਆਈ ਜਾਂਦਾ, ਓਨੀ ਤਰੁੱਟੀ ਹੋਈ ਆਈ ਜਾਂਦੀ ਆ, ਤਾਂ ਉਹਨੂੰ ਅਸੀਂ ਕਹਿੰਦੇ ਹਾਂ ਕਿ ਉਹਦੇ 'ਚ ਕੌਨਸਟੈਂਟ ਜਿਹੜਾ ਐਰਰ ਆ ਉਹ ਆ ਗਿਆ ਹੈਗਾ। ਦੈਨ ਯੂ ਹੈਵ ਸਿਸਟੇਮੈਟਿਕ ਐਰਰ। ਸਿਸਟੇਮੈਟਿਕ ਐਰਰ ਕੀ ਹੁੰਦਾ ਵਾ ਕਿ ਜਦੋਂ ਅਸੀਂ ਕੋਈ ਕਰਦੇ ਹਾਂ, ਮੇਜਰਮੈਂਟ ਕਰਦੇ ਹਾਂ, ਤਾਂ ਉਹਦੇ ਵਿੱਚ ਜਿਹੜਾ ਐਰਰ ਆ ਉਹ ਸੇਮ ਸਾਈਨ ਦਾ ਆਉਂਦਾ, ਮਤਲਬ ਹਮੇਸ਼ਾ ਜ਼ਿਆਦਾ ਆਉਂਦਾ ਜਾਂ ਹਮੇਸ਼ਾ ਘੱਟ ਆਉਂਦਾ, ਜਾਂ ਪੋਜ਼ੀਟਿਵ ਆਉਂਦਾ ਜਾਂ ਨੈਗੇਟਿਵ ਆਉਂਦਾ, ਤਾਂ ਉਹਨੂੰ ਅਸੀਂ ਸਿਸਟੇਮੈਟਿਕ ਐਰਰ ਜਿਹੜਾ ਆ ਉਹ ਕਹਿੰਦੇ ਹਾਂ। ਸੋ ਇਹਦੇ ਜਿਹੜੇ ਕਾਰਨ ਹੁੰਦੇ ਉਹ ਸਾਨੂੰ ਪਤਾ ਹੁੰਦੇ ਆ ਵੀ ਕਿਉਂ ਆ ਰਿਹਾ ਹੈਗਾ ਵਾ। ਸੋ ਇਹ ਵਾਲਾ ਜਿਹੜਾ ਐਰਰ ਹੁੰਦਾ ਹੈਗਾ, ਸੋ ਇਹਦੇ ਲਈ ਫਿਰ ਆਪਾਂ ਸੋਰਸਿਸ ਆਫ ਐਰਰ ਵੀ ਕਿਹੜੇ, ਇਹਦੇ ਸਰੋਤ ਕਿਹੜੇ ਹੈਗੇ ਐਰਰ ਦੇ, ਤਰੁੱਟੀਆਂ ਕਿਉਂ ਆਈਆਂ, ਉਹਦੇ ਕੀ ਕਾਰਨ ਸੀਗੇ, ਕਿਸ ਵਜ੍ਹਾ ਕਰਕੇ ਆਈਆਂ, ਉਹ ਚੀਜ਼ਾਂ ਆਪਾਂ ਦੇਖ ਸਕਦੇ ਹੁੰਦੇ ਹਾਂ। ਸੋ ਜਿੱਦਾਂ ਇੰਸਟਰੂਮੈਂਟਲ ਐਰਰ ਹੋ ਸਕਦਾ ਵਾ, ਪਰਸਨਲ ਜਾਂ ਓਬਜ਼ਰਵੇਸ਼ਨਲ ਐਰਰ ਹੋ ਸਕਦਾ ਵਾ, ਜਾਂ ਕੋਈ ਬਾਹਰਲੇ ਕਾਰਨਾਂ ਦੇ ਕਰਕੇ ਹਵਾ ਚੱਲ ਪਈ, ਮੰਨ ਲਓ ਅਸੀਂ ਕੋਈ ਇੱਦਾਂ ਬੜੀ ਸੈਂਸਿਟਿਵ ਜੀ ਸਾਡੇ ਕੋਲ ਤੱਕੜੀ ਹੈਗੀ ਆ, ਬੈਲੈਂਸ ਹੈਗਾ ਵਾ, ਫਿਜ਼ੀਕਲ ਬੈਲੈਂਸ, ਕੈਮੀਕਲ ਬੈਲੈਂਸ ਆ, ਉਹ 'ਚ ਅਸੀਂ ਨਾਪਣਾ ਚਾਹੁੰਦੇ ਹਾਂ, ਤਾਂ ਉਹਦੇ ਜਿਹੜੇ ਪੱਲੜੇ ਬੜੇ ਹਲਕੇ ਹੁੰਦੇ ਆ, ਉਹ 'ਚ 1 ਗ੍ਰਾਮ, ਅੱਧਾ ਗ੍ਰਾਮ, ਮਿਲੀਗ੍ਰਾਮ ਵੀ ਨਾਪਿਆ ਜਾ ਸਕਦਾ। ਤਾਂ ਉਹ ਮੰਨ ਲਓ ਪੱਖੇ ਦੀ ਹਵਾ ਚੱਲ ਰਹੀ, ਉੱਥੇ ਲਗਾਤਾਰ ਪ੍ਰੈਸ਼ਰ ਪੈ ਰਿਹਾ, ਉਹ ਉਨੀ ਕੁ ਹਵਾ ਦੇ ਨਾਲ ਹੀ ਤੁਸੀਂ ਉਹਨੂੰ ਜਦੋਂ ਇੱਕ ਕਪਾੜ ਉਹਦੇ ਡੱਬਾ ਉਹ ਬੰਦ ਨਹੀਂ ਕਰਦੇ, ਤਾਂ ਉਹਦੇ ਬੈਲੈਂਸ ਨੂੰ ਹਵਾ ਲੱਗਦੀ ਪਈ ਆ, ਤਾਂ ਉੱਤੇ ਪਰਮਾਨੈਂਟ ਪ੍ਰੈਸ਼ਰ ਬਣਿਆ ਰਹਿਣਾ, ਅਤੇ ਉਹ ਹਿੱਲ ਸਕਦਾ, ਤੁਹਾਡੇ ਜਿਹੜਾ ਐਰਰ ਆ ਉਹ ਉਹਦੇ ਵਿੱਚ ਆ ਸਕਦਾ ਹੈਗਾ। ਇੱਦਾਂ ਕੋਈ ਇੰਪਰਫੈਕਸ਼ਨ ਹੋ ਸਕਦੀ ਵੀ ਤੁਹਾਡੀ ਜਿਹੜੀ ਸਕੇਲ ਆ, ਤੁਹਾਡਾ ਜਿਹੜਾ ਫੁੱਟਾ ਵਾ ਜਿਹਦੇ ਨਾਲ ਤੁਸੀਂ ਨਾਪਦੇ ਵੇ, ਮੰਨ ਲਾ ਤੁਸੀਂ ਕਹਿੰਦੇ ਕਿ ਆਹ ਮੇਰੇ ਕੋਲ ਸਕੇਲ ਆ, ਇਹਦੇ ਵਿੱਚ ਇੱਥੇ 0 ਲੱਗਾ ਹੋਇਆ, ਠੀਕ ਆ। ਸੋ ਇੱਥੇ 1 ਲੱਗਿਆ ਹੋਇਆ, ਇੱਥੇ 2 ਲੱਗਿਆ। ਮੰਨ ਲਓ ਇੱਕ ਤੁਹਾਡੇ ਹੋਰ ਫਰੈਂਡ ਦੇ ਕੋਲ ਸਕੇਲ ਆ, ਉਹਨੇ ਵੀ ਕੰਪਨੀ ਤੋਂ ਦੂਜੀ ਕੰਪਨੀ ਦਾ ਖਰੀਦ ਲਿਆ, ਉਹਦੇ ਇੱਥੇ 0 ਲੱਗਾ, ਉਹਦੇ ਹੋਣਾ ਕੀ ਚਾਹੀਦਾ ਸੀ, ਇੱਥੇ 1 ਹੋਣਾ ਚਾਹੀਦਾ, ਪਰ ਉਹਦਾ 1 ਨਾ ਮਾੜਾ ਜਾਂ ਹਲਕਾ ਜਾਂ ਇੱਥੇ ਆ, ਇਹ ਦੇਖੋ ਇੱਦਾਂ ਉਹਦਾ 2 ਜਿਹੜਾ ਹੈਗਾ ਉਹ ਹਲਕਾ ਜਾਂ ਇੱਥੇ ਆ। ਸੋ ਥੋੜ੍ਹਾ ਫਰਕ ਆ। ਸੋ ਬਿਲਕੁਲ ਸੇਤ 'ਚ ਨਹੀਂ ਹੈਗਾ। ਜੇ ਇਹਨਾਂ ਦੋਨੋਂ ਸਕੇਲ ਨੂੰ ਆਪਾਂ ਇੱਕ ਦੂਜੇ ਦੇ ਉੱਪਰ ਰੱਖਾਂਗੇ ਤਾਂ ਬਹੁਤ ਹੀ ਹਲਕਾ ਜਿਹਾ ਫਰਕ ਆ, ਪਰ ਜਦੋਂ ਬਹੁਤ ਲੰਬੀ ਦੂਰੀ ਤੱਕ ਨਾਪ ਲਾਂਗੇ, ਮੰਨ ਲਓ ਇੱਥੇ ਨਾਪਾਂਗੇ ਤਾਂ ਇਹਨੂੰ ਇੱਥੇ ਨਾਪਾਂਗੇ ਇਹਦੀ ਸੇਤ 'ਚ, ਤਾਂ ਇਹਦੇ ਜਿਹੜੇ ਵੈਲਿਊਜ਼ ਆਉਣਗੀਆਂ, ਮੰਨ ਲਓ ਇਹਦੀ ਵੈਲਿਊ ਹੈਗੀ ਆ ਸੇ ਇਟ ਕਮਜ਼ ਆਊਟ ਵੀ 10, ਤਾਂ ਇਹਦੀ ਜਿਹੜੀ ਵੈਲਿਊ ਆ ਇਹਦੇ 2 ਥੋੜ੍ਹਾ ਜ਼ਿਆਦਾ ਸੀ, ਇਹਦਾ ਘੱਟ ਸੀ, ਇਹਦਾ ਮਤਲਬ ਇਹ ਘੱਟ ਆਉਣਾ ਚਾਹੀਦਾ, ਇੱਥੇ ਆਊਗਾ ਆਪਣੇ ਕੋਲ 10 ਪੁਆਇੰਟ ਮੰਨ ਲਓ 2। ਸੋ ਇਹਦੇ 'ਚ ਇੰਨਾ ਐਰਰ ਹੌਲੀ ਹਲਕਾ ਘੱਟਦਾ ਗਿਆ, ਅਤੇ ਇਹਦੇ 'ਚ ਹਲਕਾ ਜਿਹਾ ਵੱਧਦਾ ਗਿਆ। ਹੁਣ ਪਤਾ ਨਹੀਂ ਕਿਹੜਾ ਗਲਤ ਆ ਕਿਹੜਾ ਠੀਕ ਆ, ਸਾਨੂੰ ਨਹੀਂ ਪਤਾ, ਪਰ ਕੰਪਨੀ ਨੇ ਨਿਸ਼ਾਨ ਲਾਏ ਨਾ, ਆਹ ਵਾਲੇ ਨਿਸ਼ਾਨ ਤਾਂ ਕੰਪਨੀ ਲਾਏਗੀ ਨਾ ਕਿਸੇ ਢੰਗ ਨਾਲ, ਤਾਂ ਉਹ ਕੰਪਨੀ ਨੇ ਜਦੋਂ ਆਹ ਨਿਸ਼ਾਨ ਲਗਾਏ ਤਾਂ ਉਹਨਾਂ ਕੋਲ ਨਿਸ਼ਾਨ ਲੱਗੇ, ਉਹ ਹਿੱਲ ਗਈ, ਪ੍ਰਿੰਟਿੰਗ ਗਲਤ ਹੋ ਗਈ, ਛਾਪਾ ਹੀ ਮਾਰਨਾ ਉਹਦੇ 'ਤੇ ਪਲਾਸਟਿਕ ਦੇ ਉੱਤੇ, ਤਾਂ ਉਹ ਛਾਪਾ ਮਾਰਨ ਲੱਗੇ ਗਲਤ ਹੋ ਗਿਆ, ਤਾਂ ਐਡੀ ਦੂਰ ਜਾ ਕੇ ਉਹਦੇ 'ਚ ਮੰਨ ਲਓ 10.1 ਜਾਂ 10.2 ਆ, ਤਾਂ ਇਹਦੇ 'ਚ 10 ਆਉਂਦਾ ਵਾ, ਤਾਂ ਇਹਦਾ ਮਤਲਬ ਜਿਹੜਾ ਤੁਹਾਡਾ ਮੇਜਰਮੈਂਟ ਇੰਸਟਰੂਮੈਂਟ ਆ ਉਹਦੇ ਵਿੱਚ ਹੀ ਨੁਕਸ ਪੈ ਗਿਆ ਹੋਇਆ ਆ, ਪਹਿਲਾਂ ਹੀ ਉਹ ਖਰਾਬ ਹੈਗਾ। ਸੋ ਇੰਪਰਫੈਕਸ਼ਨ ਆ ਉਹ ਸਹੀ ਨਹੀਂ ਬਣਿਆ ਹੋਇਆ। ਸੋ ਦੈਨ ਯੂ ਹੈਵ ਰੈਂਡਮ ਐਰਰਸ। ਸੋ ਰੈਂਡਮ ਐਰਰ ਦਾ ਕੀ ਮਤਲਬ ਹੁੰਦਾ ਕਿ ਉਹ ਰੈਂਡਮ ਮਤਲਬ ਉੱਦਾਂ ਹੀ ਆ ਗਏ, ਪਤਾ ਨਹੀਂ ਕਿੱਥੋਂ ਆ ਗਏ, ਕੀ ਹੋਇਆ ਸਾਨੂੰ ਨਹੀਂ ਪਤਾ ਲੱਗਿਆ। ਸੋ ਉਹ ਰੈਂਡਮ ਐਰਰ ਹੁੰਦੇ ਆ। ਸੋ ਇਸ ਲਈ ਅਸੀਂ ਕੀ ਕਰਦੇ ਹਾਂ, ਅਸੀਂ ਮੇਜਰਮੈਂਟਸ ਜਦੋਂ ਨਾਪਦੇ ਹਾਂ, ਮੰਨ ਲਓ ਅਸੀਂ ਤੁਹਾਨੂੰ ਕਹਿੰਦੇ ਕਿ ਆਹ ਇੱਕ ਪੈਨਸਲ ਆ, ਸੋ ਸੇ ਦਿਸ ਇਜ਼ ਏ ਪੈਨਸਲ, ਵੀ ਇਹ ਵਾਲੀ ਪੈਨਸਲ ਨੂੰ ਤੁਸੀਂ ਨਾਪਣਾ ਆ, ਠੀਕ ਆ। ਸੋ ਇਹ ਵਾਲੀ ਪੈਨਸਲ ਦੀ ਲੰਬਾਈ ਨਾਪਣੀ ਆ, ਤੁਸੀਂ ਇਹ ਵਾਲੀ ਪੈਨਸਲ ਨੂੰ ਜਿਹੜਾ ਹੈਗਾ ਉਹ ਲੰਬਾਈ ਨਾਪਣੀ ਸ਼ੁਰੂ ਕੀਤੀ। ਸੋ ਯੂ ਆਰ ਮੇਜਰਿੰਗ ਦਿਸ ਪੈਨਸਲ ਯੂਜ਼ਿੰਗ ਏ ਸਕੇਲ, ਤੁਸੀਂ ਇਹਨੂੰ ਵਾਰ ਨਾਪਦੇ ਪਏ ਆ,
ਤੁਸੀਂ ਇੱਥੋਂ ਲੈ ਕੇ ਤਾਂ ਆਹ ਵਾਲੇ ਸਿਰੇ ਤੱਕ ਇਹਨੂੰ ਨਾਪਿਆ, ਠੀਕ ਹੈ। ਆਹ ਵਾਲੀ ਚੀਜ਼ ਨੂੰ ਲੰਬਾਈ ਸਕੇਲ 'ਤੇ ਰੱਖਿਆ ਜਾਂ ਕਿਸੇ ਹੋਰ ਇੰਸਟਰੂਮੈਂਟ ਨਾਲ ਇਹਨੂੰ ਤੁਸੀਂ ਨਾਪਦੇ ਆ। ਜੇ ਤੁਸੀਂ ਸਕੇਲ ਨਾਲ ਨਾਪੋਗੇ ਤਾਂ ਸ਼ਾਇਦ ਲਗਭਗ ਹਰ ਵਾਰੀ ਓਨਾ ਕੀ ਜਵਾਬ ਆਵੇ, ਕਿਉਂਕਿ ਸਕੇਲ ਵਿੱਚ ਜ਼ਿਆਦਾ ਅੱਗੇ ਹੁੰਦਾ ਨਹੀਂ। ਸਕੇਲ ਵਿੱਚ ਸਿਰਫ ਤੁਸੀਂ ਵੱਧ ਤੋਂ ਵੱਧ ਇੱਦਾਂ ਹੀ ਨਾਪ ਸਕਦੇ 5.1 3.2 5.9, ਮਤਲਬ ਇਹ ਤੋਂ ਅਗਲੀ ਜਗ੍ਹਾ ਨਹੀਂ ਹੁੰਦੀ ਆ। ਪੁਆਇੰਟ 1 ਤੋਂ ਬਾਅਦ ਹੋਰ ਥਾਵਾਂ ਨਹੀਂ ਹੁੰਦੀਆਂ ਇਹਦੇ ਵਿੱਚ। ਮਤਲਬ ਪੁਆਇੰਟ 1 ਆਇਆ 5.1 3.2 5.9 ਸਮਥਿੰਗ ਲਾਈਕ ਦਿਸ ਮੇਜਰਮੈਂਟ ਆਊਗੀ, ਤਾਂ ਉਹਦੇ ਵਿੱਚ ਆਹ ਵਾਲੀ ਜਗ੍ਹਾ ਜਿਹੜੀ ਆ ਇੱਥੇ ਕੁਛ ਨਹੀਂ ਹੁੰਦਾ, ਕਿਉਂਕਿ ਤੁਸੀਂ ਨਾਪ ਹੀ ਨਹੀਂ ਸਕਦੇ, ਵਿੱਚ ਜਗ੍ਹਾ ਹੀ ਨਹੀਂ ਹੁੰਦੀ ਸਕੇਲ ਦੇ ਵਿੱਚ। ਸਕੇਲ 'ਚ ਸਿਰਫ ਆ ਹੀ ਹੁੰਦਾ ਨਾ ਸੇ 2.1, ਬਸ ਇੱਥੇ ਆ ਗਿਆ ਤੇ ਆ ਗਿਆ। ਜੇ ਤੁਹਾਡੀ ਮੰਨ ਲਓ ਰੀਡਿੰਗ ਇੱਥੇ ਤੱਕ ਆ ਰਹੀ ਹੋਵੇ ਤਾਂ ਤੁਸੀਂ ਤਾਂ ਵੀ ਉਹਨੂੰ 2 ਜਾਂ 2.1 ਹੀ ਲਿਖੋਗੇ, ਤੁਸੀਂ ਉਹਦੇ ਵਿੱਚ ਘਰ ਕੁਛ ਨਹੀਂ ਕਰ ਸਕਦੇ, ਇੱਦਾਂ ਹੀ ਲਿਖਣਾ ਪੈਣਾ ਤੁਹਾਨੂੰ। ਸੋ ਇਸ ਤਰ੍ਹਾਂ ਤੁਸੀਂ ਕੀ ਕਰਦੇ ਆ ਕਿ ਤੁਸੀਂ ਜਿਹੜੀ ਮੇਜਰਮੈਂਟ ਹੈਗੀ ਆ ਉਹਨੂੰ ਇਸ ਢੰਗ ਨਾਲ ਕਰਦੇ ਆ ਵੀ ਉਹਦੇ 'ਚ ਜਗ੍ਹਾ ਹੀ ਨਹੀਂ ਹੈਗੀ, ਤਾਂ ਫਿਰ ਉਹਨੂੰ ਤੁਹਾਨੂੰ ਐਂ ਹੀ ਲਿਖਣਾ ਪਊਗਾ। ਮੰਨ ਲੈਂਦੇ ਆ ਕਿ ਆਪਣੀ ਜਿਹੜੀ ਰੀਡਿੰਗ ਆ ਉਹ ਇੱਥੇ ਹੀ ਆਈ, ਜਿੱਦਾਂ ਮੈਂ ਆ ਲਿਆ ਕੋਈ ਛੋਟੀ ਜਿਹੀ ਪੈਨਸਿਲ ਆ, ਛੋਟਾ ਜਿਹਾ ਚੌਕ ਦਾ ਟੁਕੜਾ ਵਾ, ਉਹਨੂੰ ਅਸੀਂ ਮੇਜਰ ਕੀਤਾ, ਉਹ ਆਪਣੇ ਕੋਲ ਇੱਥੇ ਤੱਕ ਇੱਦਾਂ ਕਰਕੇ 0 ਤੋਂ ਸ਼ੁਰੂ ਕਰਕੇ ਤਾਂ ਆਪਾਂ ਇੱਥੇ ਤੱਕ ਲਿਆਂਦਾ। ਇਹ ਨਾ ਤਾਂ 2 ਆਇਆ ਨਾ 2.1 ਆਇਆ, ਵਿਚਕਾਰ ਜੇ ਆ ਗਿਆ। ਪਰ ਆਪਾਂ ਵਿਚਕਾਰ ਨੂੰ ਤਾਂ ਕੁਛ ਨਹੀਂ ਲਿਖ ਸਕਦੇ, 2.0 ਹੀ ਲਿਖਾਂਗੇ ਇਹਨੂੰ, ਔਰ ਦੇਖਾਂਗੇ ਕਿ ਅੱਧ ਕੁ 'ਚੋਂ ਟੱਪ ਗਿਆ ਜਾਂ ਅੱਧ ਤੋਂ ਪਿੱਛੇ ਜੇ ਰਹਿ ਗਿਆ, ਤਾਂ ਫਿਰ ਅਸੀਂ ਉਹਦੇ ਹਿਸਾਬ ਨਾਲ ਜੇ ਥੋੜ੍ਹਾ ਜਿਹਾ ਅੱਧ ਟੱਪ ਜਾਂਦਾ ਫਿਰ 2.1 ਲਿਖ ਲੈਂਦੇ। ਸੋ ਇਹਦਾ ਮਤਲਬ ਜਾਂ 2.0 ਲਿਖਣਾ ਜਾਂ 2.1 ਲਿਖਣਾ। ਸੋ ਇਸ ਕਰਕੇ ਆ ਜਿਹੜੀ ਲਾਸਟ ਡਿਜਿਟ ਹੁੰਦੀ ਹੈ ਇਹ ਡਾਊਟਫੁਲ ਹੁੰਦੀ ਆ ਹਮੇਸ਼ਾ ਕਿਸੇ ਵੀ ਇੰਸਟਰੂਮੈਂਟ, ਕਿਸੇ ਵੀ ਯੰਤਰ ਵਿੱਚ। ਮੰਨ ਲਓ ਸਾਡੇ ਕੋਲ ਇੱਦਾਂ ਦਾ ਇੱਕ ਸਕੇਲ ਹੋਵੇ ਜਿਹਦੇ ਵਿੱਚ ਸਾਡੇ ਕੋਲ ਜਿਹੜੀਆਂ ਜ਼ੀਰੋਜ਼ ਹੈਗੀਆਂ, ਇੱਥੇ 0 ਹੋਵੇ, ਇੱਥੇ ਫਿਰ 1 ਮਿਲੀਮੀਟਰ ਆ, ਫਿਰ ਆ 2 ਮਿਲੀਮੀਟਰ ਆ, ਫਿਰ 3 ਮਿਲੀਮੀਟਰ ਆ, ਫਿਰ 4 ਮਿਲੀਮੀਟਰ ਆ, ਫਿਰ ਆ 5 ਮਿਲੀਮੀਟਰ ਆ, ਫਿਰ 6 ਮਿਲੀਮੀਟਰ ਆ, 7 ਮਿਲੀਮੀਟਰ ਆ, 8 ਮਿਲੀਮੀਟਰ ਆ, 9 ਮਿਲੀਮੀਟਰ ਆ, ਜਾਂ 1 ਮਤਲਬ 10 ਮਿਲੀਮੀਟਰ ਮੀਨਸ 1 ਸੈਂਟੀਮੀਟਰ ਜਾਂ 10 ਮਿਲੀਮੀਟਰ। ਹੁਣ ਮੰਨ ਲਓ ਕਿ ਅਸੀਂ ਇਹਦੇ ਵਿੱਚ ਇਹਨੂੰ ਹੋਰ ਇਹਦੇ ਬਰੀਕ ਬਰੀਕ ਟੁਕੜੇ ਕਰਦੇ, ਇੱਥੇ ਵਿਚਕਾਰ ਇਹਦੇ ਨਾ ਇੱਦਾਂ ਇੱਦਾਂ ਛੋਟੇ ਛੋਟੇ ਟੁਕੜੇ, ਮਤਲਬ ਅੱਧ ਕਰਤਾ 1 ਮਿਲੀਮੀਟਰ ਦਾ, ਅੱਧ ਕਰਨ ਦੇ ਨਿਸ਼ਾਨ ਵੀ ਲਾਤੇ, ਇੱਦਾਂ ਕਰਕੇ ਅਸੀਂ ਨਿਸ਼ਾਨ ਲਾਤੇ। ਇਹਦਾ ਮਤਲਬ ਅਸੀਂ ਹੁਣ ਇਹਦੇ ਅੱਧ 'ਚ ਵੀ ਨਾਪ ਸਕਦੇ ਹਾਂ। ਇਹਦਾ ਮਤਲਬ ਹੁਣ ਅਸੀਂ ਇਹਨੂੰ ਜੇ ਮੈਂ ਇੱਥੇ ਤੱਕ ਨਾਪੂੰਗਾ, ਇੱਥੇ ਆਹ ਵਾਲੀ ਜਗ੍ਹਾ ਤੱਕ ਨਾਪੂੰਗਾ, ਠੀਕ ਹੈ। ਸੋ ਇਹ ਵਾਲੀ ਜਗ੍ਹਾ ਤੱਕ ਫਿਰ ਕਿੰਨਾ ਆ 5 ਆ, 5 ਮਿਲੀਮੀਟਰ, ਆ 6 ਆ 7 ਆ, ਤਾਂ ਫਿਰ 0.7 5 ਜਾਂ 7.5 ਮਿਲੀਮੀਟਰ ਜਿਹੜਾ ਆ ਉਹ ਬਣੂਗਾ, ਜਾਂ 0.75 ਸੈਂਟੀਮੀਟਰ ਬਣੂਗਾ। ਸੋ ਇਸ ਤਰ੍ਹਾਂ ਇਹਦੇ ਵਿੱਚ ਇੱਕ ਜਿਹੜੀ ਜਗ੍ਹਾ ਆ ਉਹ ਵੱਧ ਗਈ, ਇੱਕ ਜਗ੍ਹਾ ਵੱਧ ਗਈ। ਹੁਣ ਪਿਛਲਾ 5 ਵੀ ਆਉਣ ਲੱਗ ਗਿਆ, ਬਟ ਉਹ ਸਿਰਫ 5 ਹੀ ਆਉਂਦਾ ਵਾ, ਉਹ ਹੁਣ ਜ਼ਿਆਦਾ ਨਹੀਂ ਆਊਗਾ। ਤੁਸੀਂ ਇੱਥੇ ਇਹ ਨਹੀਂ 7 1 7 2 7 3 7 4 ਨਹੀਂ ਲਿਖ ਸਕਦੇ। ਹਾਂ, ਉਹ ਜਦੋਂ ਤੁਸੀਂ ਵਰਨੀਅਰ ਕਲਿੱਪਰ ਯੂਜ਼ ਕਰਦੇ ਆ, ਵਰਨੀਅਰ ਕਲਿੱਪਰ ਦੇ ਵਿੱਚ ਤੁਸੀਂ ਇਹ ਜਿਹੜੀਆਂ ਮੇਜਰਮੈਂਟਸ ਆ ਉਹ ਕਰ ਸਕਦੇ ਹਾਂ। ਸੋ ਯੂ ਹੇਅਰ ਹੈਡ 7.5 mm, ਸੋ ਜੇ ਤੁਸੀਂ ਇੱਥੇ ਮੇਜਰ ਕਰਦੇ ਸੀ ਜਾਂ 0.75 ਸੈਂਟੀਮੀਟਰ ਇਹਦੇ 'ਚ ਲੈ ਸਕਦੇ ਹਾਂ। ਪਰ ਜਦੋਂ ਵਰਨੀਅਰ ਕਲਿੱਪਰ ਲੈਂਦੇ ਆ ਉਹਦੇ 'ਚ ਤੁਹਾਡੀ ਰੀਡਿੰਗ ਜਿਹੜੀ ਹੈਗੀ ਆ ਉਹ ਇੱਦਾਂ ਦੀ ਆ ਸਕਦੀ ਆ 7.12 7.13 7.15 7.16 ਇੱਦਾਂ ਦੀ ਰੀਡਿੰਗ ਆ ਸਕਦੀ ਆ। ਮਤਲਬ ਕਿ ਉਹਦੇ ਜਿਹੜਾ ਦੂਜੀ ਥਾਂ ਡੈਸੀਮਲ ਤੋਂ ਨੈਕਸਟ ਪਲੇਸ ਆ ਉਹਦੇ ਬਾਰੇ ਵੀ ਅਸੀਂ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ। ਸਕੇਲ ਵਿੱਚ ਆਹ ਵਾਲੀ ਜਗ੍ਹਾ ਦੀ ਜਾਣਕਾਰੀ ਅਸੀਂ ਪ੍ਰਾਪਤ ਨਹੀਂ ਕਰ ਸਕਦੇ, ਸੈਕਿੰਡ ਪਲੇਸ ਦੀ ਸਿਰਫ ਇੱਕੋ ਹੀ ਪਲੇਸ ਹੁੰਦੀ ਆ ਸਕੇਲ ਦੇ ਵਿੱਚ, ਆਮ ਜਿਹੜੀ ਜਮੈਟਰੀ 'ਚ ਤੁਸੀਂ ਦੇਖਦੇ ਹੋ ਸਕੇਲ। ਸੋ ਵਰਨੀਅਰ ਕਲਿੱਪਰ ਦੇ ਵਿੱਚ ਆਹ ਵਾਲੀ ਸਕੇਲ ਦੀ ਜਗ੍ਹਾ ਵੀ ਹੁੰਦੀ ਹੈ। ਇੱਦਾਂ ਸਕਰਿਊ ਗਾਜ ਹੁੰਦਾ ਵਾ, ਇੱਦਾਂ ਹੀ ਆਪਣੇ ਕੋਲ ਸਫੈਰੋਮੀਟਰ ਹੁੰਦਾ ਵਾ। ਸੋ ਉਹਨਾਂ ਦੇ ਵਿੱਚ ਤੀਸਰੀ ਥਾਂ ਵੀ ਹੁੰਦੀ ਆ, ਉਹਨਾਂ ਵਿੱਚ ਅਸੀਂ ਤੀਜੀ ਥਾਂ ਤੱਕ ਵੀ ਨਾਪ ਸਕਦੇ ਹਾਂ। ਅਸੀਂ ਇੱਦਾਂ ਦਾ ਨਾਪਣਾ ਵੀ ਲੈ ਸਕਦੇ ਹਾਂ ਕਿ 2.314 ਮਤਲਬ ਅਸੀਂ 5.129 ਮਤਲਬ ਆਹ 3 ਥਾਵਾਂ ਤੱਕ ਅਸੀਂ 3 ਡੈਸੀਮਲ ਥਾਵਾਂ ਤੱਕ ਅਸੀਂ ਨਾਪ ਸਕਦੇ ਹਾਂ। ਸੋ ਇਹ ਓਬਜ਼ਰਵੇਸ਼ਨਸ ਆ, ਜਦੋਂ ਅਸੀਂ ਓਬਜ਼ਰਵ ਕਰਦੇ ਹਾਂ, ਓਬਜ਼ਰਵ ਕਰਨ ਲੱਗਿਆਂ ਜਦੋਂ ਅਸੀਂ ਇੱਕੋ ਹੀ ਓਬਜ਼ਰਵੇਸ਼ਨ ਨੂੰ ਫਿਰ ਬਾਰ-ਬਾਰ ਕਰਦੇ ਹਾਂ, ਅਸੀਂ ਇੱਕੋ ਹੀ ਪੈਨਸਲ ਨੂੰ ਬਾਰ-ਬਾਰ ਮੇਜਰ ਕਰਾਂਗੇ, ਇੱਕੋ ਹੀ ਚੀਜ਼ ਨੂੰ ਅਸੀਂ ਬਾਰ-ਬਾਰ ਮੇਜਰ ਕਰਾਂਗੇ। ਉਹ ਹੋ ਸਕਦਾ ਵਾ ਕਿ ਉਹ ਮੇਜਰ ਕਰਨ ਲੱਗਿਆਂ ਸਾਡੀ ਜਿਹੜੀ ਰੀਡਿੰਗ ਆਵੇ, ਸੋ ਲੈਟ ਅਸ ਸੀ ਕਿ ਉਹ ਜਿਹੜੀ ਰੀਡਿੰਗ ਆ ਰਹੀ ਹੈਗੀ ਆ ਸਾਡੇ ਕੋਲ ਉਹ ਕਿਸ ਤਰ੍ਹਾਂ ਦੀ ਆ ਰਹੀ ਹੈਗੀ ਆ। ਸੋ ਲੈਟ ਅਸ ਅਜ਼ਿਊਮ ਸਮ ਵੈਲਿਊ, ਅਸੀਂ ਮੰਨ ਲੈਂਦੇ ਹਾਂ ਕਿ ਸਾਡੇ ਕੋਲ ਇੱਦਾਂ ਦੀ ਵੈਲਿਊ ਆ ਰਹੀ ਆ। ਮੰਨ ਲਓ ਕਿ ਮੈਂ ਮੇਜਰ ਕੀਤਾ, ਮੇਰੇ ਕੋਲ ਵੈਲਿਊ ਮੈਂ ਵਧੀਆ ਇੰਸਟਰੂਮੈਂਟ ਨਾਲ ਮੇਜਰ ਕੀਤਾ 1.252 ਆਇਆ, ਮੈਂ ਫਿਰ ਠਹਿਰ ਕੇ ਉਹਨੂੰ ਦੁਬਾਰਾ ਫਿਰ ਮੇਜਰ ਕੀਤਾ 1.13 ਆਇਆ, ਫਿਰ ਮੈਂ ਮੇਜਰ ਕੀਤਾ 1.11 ਆਇਆ,
ਫਿਰ ਕੀਤਾ 1.12 ਆਇਆ, ਫਿਰ ਕੀਤਾ 1.14 ਹੈ। ਹੁਣ ਇਹਦੇ ਵਿੱਚ ਹੋ ਸਕਦਾ ਕਿ ਮੈਂ ਉਹਨੂੰ ਪੈਨਸਲ ਨੂੰ ਗਲਤ ਫਿੱਟ ਕੀਤਾ ਹੋਵੇ, ਉਹਦੇ ਵਿੱਚ ਨਾਪਣ ਲੱਗੇ ਜਗ੍ਹਾ ਗਲਤ ਬਣਾ ਲਈ ਹੋਵੇ, ਉਹਨੂੰ ਸਹੀ ਢੰਗ ਨਾਲ ਨਾ ਰੱਖਿਆ ਹੋਵੇ, ਜਾਂ ਹੋ ਸਕਦਾ ਕਿ ਵਰਨੀਅਰ ਕਲਿੱਪਰ 'ਚ ਹੀ ਕੋਈ ਗਲਤੀ ਹੋਵੇ, ਉਹਨੂੰ ਬਾਰ-ਬਾਰ ਹਿਲਾਉਣ ਨਾਲ ਉਹਦੀ ਜਿਹੜੀ ਰੀਡਿੰਗ ਆ ਉਹ ਹਿੱਲ ਜਾਂਦੀ ਹੋਵੇ। ਸੋ ਉਹ ਕਿਸੇ ਵੀ ਵਜ੍ਹਾ ਕਰਕੇ ਤੁਹਾਡੀਆਂ ਜਿਹੜੀਆਂ ਰੀਡਿੰਗਸ ਆ ਹਰ ਵਾਰੀ ਅਲੱਗ-ਅਲੱਗ ਆ ਸਕਦੀਆਂ ਵਾ। ਜੇ ਉਹ ਇੰਸਟਰੂਮੈਂਟ ਵੀ ਬਹੁਤ ਵਧੀਆ, ਤੁਸੀਂ ਵੀ ਬਿਲਕੁਲ ਪਰਫੈਕਟ ਹੈਗੇ ਹੋ, ਕਿਸੇ ਵੀ ਤਰ੍ਹਾਂ ਦੀ ਗਲਤੀ ਨਹੀਂ ਹੈਗੀ, ਹਰ ਪਰਫੈਕਸ਼ਨ ਹੈਗੀ ਆ, ਤਾਂ ਫਿਰ ਤੁਹਾਡੀ ਸਾਰੀ ਰੀਡਿੰਗ ਸੇਮ ਆਊਗੀ। ਪਰ ਆਮ ਕਰਕੇ ਇੱਦਾਂ ਹੁੰਦਾ ਨਹੀਂ। ਮੈਕਸਿਮਮ ਹਾਲਾਤਾਂ ਵਿੱਚ ਤੁਹਾਡੀਆਂ ਰੀਡਿੰਗਸ ਥੋੜ੍ਹੀਆਂ ਬਦਲਦੀਆਂ ਰਹਿੰਦੀਆਂ ਵਾ, ਕਿਉਂਕਿ ਆਪਾਂ ਇਹਦਾ ਮੇਜਰਮੈਂਟ ਲੰਬਾਈ ਦੀ ਗੱਲ ਕਰਦੇ ਸੀ। ਅਸੀਂ ਇਹਨਾਂ ਗੱਲਾਂ ਨੂੰ ਸਮਝਣ ਲਈ, ਕਿਉਂਕਿ ਆਪਾਂ ਭਾਰ ਵੀ ਤੋਲ ਸਕਦੇ ਹਾਂ, ਅਸੀਂ ਮਾਸ ਵੀ ਦੇਖ ਸਕਦੇ ਹਾਂ, ਟਾਈਮ ਵੀ ਨੋਟ ਕਰ ਸਕਦੇ ਹਾਂ, ਐਨਰਜੀ ਵੀ ਦੇਖ ਸਕਦੇ ਹਾਂ, ਕੁਛ ਵੀ ਅਸੀਂ ਤਾਪਮਾਨ ਵੀ, ਕਰੰਟ ਵੀ ਦੇਖ ਸਕਦੇ ਹਾਂ, ਕਿਉਂਕਿ ਆਪਾਂ ਨੂੰ ਪਤਾ ਨਹੀਂ ਵੀ ਆਪਾਂ ਕੀ ਨਾਪਿਆ ਹੈਗਾ। ਇਸ ਕਰਕੇ X1 ਨਾਪਿਆ, X2, X3, XN, ਇੱਦਾਂ ਮੈਂ N ਵਾਰੀ ਨਾਪਿਆ ਚੀਜ਼ਾਂ ਨੂੰ, ਮੇਜਰਮੈਂਟ ਲਈਆਂ ਵਾ, N ਵਾਰੀ ਮੇਜਰਮੈਂਟ ਕੀਤੀ ਆ। ਅਤੇ ਹੁਣ ਅਸੀਂ ਕੀ ਕਰਦੇ ਹਾਂ, ਫਿਰ ਅਸੀਂ ਕਹਿੰਦੇ ਹਾਂ ਕਿ ਇਹਦੀ ਐਵਰੇਜ ਕੱਢ ਲਓ। ਸੋ ਐਵਰੇਜ ਅਸੀਂ ਕਿੱਦਾਂ ਕੱਢਦੇ ਹਾਂ, X1 + X2 + X3 + ਔਸਤ, ਜਿਹਨੂੰ ਤੁਸੀਂ ਕਹਿੰਦੇ ਆ ਮੀਨ ਜਾਂ ਐਵਰੇਜ, ਬਟਾ N ਕਰਕੇ ਇਹਦੀ ਤੁਸੀਂ ਐਵਰੇਜ ਕੱਢ ਲੈਂਦੇ ਆ। ਸੋ ਉਹਨੂੰ ਫਿਰ ਤੁਸੀਂ ਸਹੀ ਮੰਨਣ ਲੱਗ ਜਾਂਦੇ ਆ। ਜਿੱਦਾਂ ਆਹ ਵਾਲੀ ਵੈਲਿਊ ਇਹਨੂੰ ਤੁਸੀਂ ਕੱਢ ਸਕਦੇ ਹੋ। ਸੋ ਇਹਨੂੰ ਜਮ੍ਹਾਂ ਕਰਕੇ ਤੁਸੀਂ ਇਹਦੀ ਵੈਲਿਊ 1 2 3 4 5 ਵੈਲਿਊਜ਼ ਹੈਗੀਆਂ। ਸੋ ਇਹਨੂੰ 5 ਨਾਲ ਡਿਵਾਈਡ ਤੁਸੀਂ ਕਰ ਸਕਦੇ ਹੋ। ਸੋ ਜੋ ਵੀ ਆਨਸਰ ਆਊਗਾ, ਸੋ ਦੈਟ ਵਿਲ ਬੀ ਯੂਅਰ ਐਵਰੇਜ ਵੈਲਿਊ। ਸੋ ਇਹ ਲੈਂਥ ਹੈਗੀ ਆ। ਸੋ ਤੁਸੀਂ ਕਹੋਗੇ L ਬਾਰ ਇਜ਼ ਇਕੁਅਲ ਟੂ 5.12, 5.13, 5.12, 11 ਵੀ ਸੀਗਾ, 5.12, 5.14। ਸੋ ਡਿਵਾਈਡ ਬਾਏ 5। ਸੋ ਇਹਦੇ ਵਿੱਚ ਆਪਣੇ ਕੋਲ ਆਊਗਾ 5 ਤੀਏ ਤਾਂ 5 5 ਤਾਂ 25 ਆ ਹੀ ਜਾਊਗਾ, ਅਤੇ 12 2 24 1 25, 25 ਅਤੇ 10 26 ਅਤੇ 27 ਅਤੇ 28 29 ਅਤੇ 39 ਅਤੇ 10 49 ਅਤੇ 50 ਅਤੇ 53, ਮੇਰੇ ਖਿਆਲ 53 ਬਣਿਆ। ਚੈੱਕ ਕਰ ਲਿਓ, ਹੋ ਸਕਦਾ ਮੈਂ ਗਲਤ ਕੀਤਾ ਹੋਵੇ। ਸੋ 5 5 25 ਅਤੇ 5 ਏਕਮ 5 ਅਤੇ ਫਿਰ ਜਾਊਗਾ ਨਹੀਂ 10 'ਤੇ ਆ ਗਿਆ ਫਿਰ, ਅਤੇ 5.10। ਸੋ ਇੰਨਾ ਜਿਹੜਾ ਹੈਗਾ ਉਹ ਇਹਦੀ ਐਵਰੇਜ ਜਿਹੜੀ ਆ, ਉਹ ਲੰਬਾਈ ਜਿਹੜੀ ਐਵਰੇਜ ਸਹੀ ਵੈਲਿਊ, ਆਪਾਂ ਫਿਰ ਇਹਨੂੰ ਐਵਰੇਜ ਨੂੰ ਸਹੀ ਵੈਲਿਊ ਮੰਨਦੇ ਹਾਂ ਵੀ ਆਹ ਸਹੀ ਵੈਲਿਊ ਆ, ਸਾਡੀ ਟਰੂ ਵੈਲਿਊ ਆ, ਜਾਂ ਇਹਨੂੰ ਅਸੀਂ ਟਰੂ ਮੰਨਣ ਲੱਗ ਜਾਂਦੇ ਹਾਂ, ਜਾਂ ਮੀਨ ਵੈਲਿਊ ਮੰਨਣ ਲੱਗ ਜਾਂਦੇ ਹਾਂ, ਜਾਂ ਐਵਰੇਜ ਵੈਲਿਊ ਮੰਨਣ ਲੱਗ ਜਾਂਦੇ ਹਾਂ। ਸੋ ਦਿਸ ਇਜ਼ ਯੂਅਰ ਐਵਰੇਜ ਵੈਲਿਊ। ਸੋ ਯੂ ਕੈਨ ਚੈੱਕ ਦਾ ਕੈਲਕੂਲੇਸ਼ਨਸ, ਆਈ ਮੇ ਬੀ ਰੋਂਗ। ਸੋ ਮੈਂ ਜਸਟ ਤੁਹਾਨੂੰ ਕਰਕੇ ਦਿਖਾਇਆ ਕਿ ਆਪਾਂ ਇੱਦਾਂ ਕਰਦੇ ਹਾਂ। ਸੋ ਇਹ ਸਾਰੀ ਗੱਲਬਾਤ ਨੂੰ ਆਪਾਂ ਫਿਰ ਕਿੱਦਾਂ ਲਿਖਦੇ ਹਾਂ। ਸੋ ਅਸੀਂ ਇਹਨੂੰ ਮੈਥਮੈਟੀਕਲੀ ਇੱਦਾਂ ਲਿਖਦੇ ਹਾਂ, X ਇਜ਼ ਇਕੁਅਲ ਟੂ ਸਿਗਮਾ, ਯੂ ਕੈਨ ਸੇ XI ਡਿਵਾਈਡ ਬਾਏ ਸਿਗਮਾ, ਡਾਇਰੈਕਟਲੀ ਯੂ ਕੈਨ ਸੇ N। ਸੋ N, ਸੋ I ਇਜ਼ ਇਕੁਅਲ ਟੂ 1 to N। ਸੋ ਇਹ ਵਾਲੀ ਜਿਹੜੀ ਉੱਪਰ ਆਹ ਜਿਹੜਾ ਐਕਸਪ੍ਰੈਸ਼ਨ ਲਿਖਿਆ ਸੀਗਾ, ਇਹਨੂੰ ਕੰਪੈਕਟ ਫਾਰਮ 'ਚ ਲਿਖਣ ਦਾ ਤਰੀਕਾ ਜਿਹੜਾ ਹੈਗਾ ਉਹ ਇਹ ਹੁੰਦਾ ਹੈਗਾ। ਸੋ ਅਸੀਂ ਐਵਰੇਜ ਲੱਭਣ ਦੇ ਲਈ ਇਹ ਵਾਲੀ ਜਿਹੜੀ ਗੱਲਬਾਤ ਆ ਉਹ ਕਰਦੇ ਹੈਗੇ ਆ। ਸੋ ਇਸ ਤਰ੍ਹਾਂ ਅਸੀਂ ਜਿਹੜਾ ਆ ਉਹ ਐਰਰ ਅਸੀਂ ਦੇਖਦੇ ਹਾਂ। ਫਿਰ ਜਦੋਂ ਅਸੀਂ ਆਹ ਵੈਲਿਊ ਕੈਲਕੂਲੇਟ ਕਰ ਲਈ 5.10, ਮੈਂ ਇੱਥੋਂ ਹੀ ਐਗਜ਼ਾਮਪਲ ਲੈ ਲੈਂਦਾ, ਜਾਂ X1 X2 XN ਦਾ X ਬਾਰ ਲੈ ਲਿਆ, ਤਾਂ ਫਿਰ ਅਸੀਂ ਇਹਦੀ ਦੇਖਣਾ ਕਿ X1 X ਬਾਰ ਤੋਂ ਕਿੰਨਾ ਉਹਦਾ ਫਰਕ ਆ, X2 ਦਾ X ਬਾਰ ਤੋਂ ਕਿੰਨਾ ਫਰਕ ਆ, ਐਟਸੈਟਰਾ ਐਟਸੈਟਰਾ। ਜਿੱਦਾਂ ਹੁਣ 5.10 ਐਵਰੇਜ ਆਇਆ, ਸੋ L ਬਾਰ ਜਿਹੜਾ ਆਇਆ 5.10 ਆਇਆ, ਅਤੇ L1 ਕਿੰਨਾ ਵਾ, L1 ਹੈਗਾ 1 ਦਿਸ, L2 ਕਿੰਨਾ ਹੈਗਾ 5.13, L3 ਕਿੰਨਾ ਹੈਗਾ 5.11, L4 ਕਿੰਨਾ ਹੈਗਾ 5.12, L5 ਕਿੰਨਾ ਹੈਗਾ 5.14। ਸੋ ਇਸ ਤਰ੍ਹਾਂ ਆਪਣੇ ਕੋਲ ਆਹ ਟਰੂ ਵੈਲਿਊ ਜਾਂ ਸਹੀ ਵੈਲਿਊ ਜਿਹਨੂੰ ਅਸੀਂ ਮੰਨਾਂਗੇ, ਤਾਂ ਇਹ ਜਿਹੜੀਆਂ ਬਾਕੀ ਵੈਲਿਊਜ਼ ਹੈਗੀਆਂ ਉਹਨਾਂ ਦਾ ਇਹਦੇ ਨਾਲੋਂ ਕਿੰਨਾ ਫਰਕ ਹੈਗਾ। ਸੋ ਦੈਟ ਵੀ ਵਾਂਟ ਟੂ ਸੀ। ਸੋ ਉਹ ਆਪਾਂ ਚੀਜ਼ ਜਿਹੜੀ ਹੈਗੀ ਆ ਉਹ ਦੇਖਣੀ ਆ। ਸੋ ਇਹਨੂੰ ਜਦੋਂ ਅਸੀਂ ਚੈੱਕ ਕਰਾਂਗੇ ਤਾਂ ਇਹ ਕਿੰਨਾ ਆਊਗਾ। ਸੋ ਇੱਥੇ ਅਪਰੋਕਸੀਮੇਟਲੀ 11 ਲੈ ਲੈਂਦੇ ਆਪਾਂ, 11। ਸੋ 11, ਸੋ ਇਹਨੂੰ 11 ਲੈ ਲੈਂਦੇ ਹਾਂ। ਸੋ ਇਹ ਆਪਣੇ ਕੋਲ ਬਣ ਗਿਆ ਹੁਣ L1 ਮਾਈਨਸ L ਬਾਰ, ਜਾਂ ਇਹਦਾ ਆਪਾਂ ਮੋਡੂਲਸ ਲੈਣਾ ਵਾ, ਮਤਲਬ ਅਸੀਂ ਪਲੱਸ ਵੈਲਿਊ ਨਾਲ ਸਾਨੂੰ ਮਤਲਬ ਆ। ਜਦੋਂ ਅਸੀਂ ਨਾਪਿਆ ਨਾ, ਦੇਖੋ ਉਹ ਨਾਪਣ ਲੱਗੇ ਚਲੋ ਇੱਥੇ 0 ਆ, ਜਿਹੜਾ ਫਰਕ ਆ ਉਹ +1 ਦਾ ਵੀ ਹੋ ਸਕਦਾ, -1 ਦਾ ਵੀ ਹੋ ਸਕਦਾ, ਪਰ ਸਾਨੂੰ ਤਾਂ ਇਸ ਗੱਲ ਨਾਲ ਮਤਲਬ ਆ ਨਾ ਵੀ ਉਹ 'ਚ ਨੁਕਸ ਪੈ ਗਿਆ, ਉਹ ਨੁਕਸ ਇੱਧਰ ਨੂੰ ਪਿਆ ਜਾਂ ਨੁਕਸ ਉੱਧਰ ਨੂੰ ਪਿਆ, ਸਾਨੂੰ ਉਹਦੇ ਨਾਲ ਜ਼ਿਆਦਾ ਮਤਲਬ ਨਹੀਂ। ਸਾਨੂੰ ਇਹਦੇ ਗੱਲ ਨਾਲ ਮਤਲਬ ਆ ਕਿ ਨੁਕਸ ਪੈ ਗਿਆ, ਤਰੁਟੀ ਆ ਗਈ। ਉਹ ਤਰੁਟੀ ਲਈ ਇਸ ਲਈ ਅਸੀਂ ਇੱਥੇ ਮੋਡੂਲਸ ਲੈਂਦੇ ਹਾਂ। ਮੋਡੂਲਸ ਵਿੱਚ ਅਸੀਂ ਸਿਰਫ ਜਮ੍ਹਾਂ ਦੇ ਜਵਾਬ ਹੀ ਲੈਂਦੇ ਇੱਧਰਲੇ ਪਾਸੇ, ਆਹ ਵਾਲੇ ਜਵਾਬ ਅਸੀਂ ਘਟਾਓ ਵਾਲੇ ਨਹੀਂ ਲੈਂਦੇ, ਅਸੀਂ ਪਲੱਸ ਵਾਲੇ ਲੈਣੇ ਆ।
ਇਹਦਾ ਮਤਲਬ ਇੱਥੇ 0.01 ਦਾ ਫਰਕ ਪੈ ਗਿਆ, 0.01 ਦਾ। ਸੋ ਇੱਦਾਂ ਹੀ L2 ਮਾਈਨਸ L ਬਾਰ ਜਦੋਂ ਕੀਤਾ ਤਾਂ ਉਹਦੇ ਵਿੱਚ ਕਿੰਨਾ ਫਰਕ ਪੈ ਗਿਆ, 0.02 ਦਾ ਫਰਕ ਪੈ ਗਿਆ। ਇੱਦਾਂ ਹੀ ਇਹਦੇ ਵਿੱਚ ਆਪਣੇ ਕੋਲ 0 ਦਾ ਫਰਕ ਪੈ ਗਿਆ, 0.00 ਦਾ ਫਰਕ। ਇਹਦੇ 'ਚ ਆਪਣੇ ਕੋਲ 0.01 ਦਾ ਫਰਕ ਪੈ ਗਿਆ। ਇੱਦਾਂ ਇਹਦੇ 'ਚ ਆਪਣੇ ਕੋਲ 0.03 ਦਾ ਫਰਕ ਪੈ ਗਿਆ। ਹੁਣ ਜੇ ਉੱਦਾਂ ਤੁਸੀਂ ਦੇਖੋ ਤਾਂ 11 ਦੇ ਨਾਲੋਂ 12 ਜ਼ਿਆਦਾ, 11 ਨਾਲੋਂ 13 ਜ਼ਿਆਦਾ, 11 ਨਾਲੋਂ 12 ਜ਼ਿਆਦਾ, 11 ਨਾਲੋਂ 14, ਇਹ ਸਾਰੇ ਬਾਈ ਚਾਂਸ ਜ਼ਿਆਦਾ ਆ ਰਿਹਾ, ਆ ਨਹੀਂ ਆ ਰਿਹਾ ਸੀ। ਹੋ ਸਕਦਾ ਇੱਥੇ ਕੋਈ ਰੀਡਿੰਗ ਇੱਦਾਂ ਦੀ ਹੁੰਦੀ ਜਿੱਦਾਂ 5.09 ਹੁੰਦੀ ਅਤੇ 5.11 ਹੀ ਜਵਾਬ ਆਇਆ ਹੁੰਦਾ, ਤਾਂ ਉਸ ਵੇਲੇ ਫਿਰ ਉਹ 5.09 ਤੋਂ ਘੱਟ ਸੀਗਾ, ਉਹ ਨੈਗੇਟਿਵ ਵਾਲੇ ਪਾਸੇ ਆਉਣਾ ਸੀਗਾ, ਉਲਟ ਪਾਸੇ। ਪਰ ਆਪਾਂ ਮੋਡੂਲਸ ਲਾ ਕੇ ਉਹ ਸਾਰੇ ਨੈਗੇਟਿਵ ਉਡਾਤੇ, ਸਾਨੂੰ ਪੋਜ਼ੀਟਿਵ ਵੈਲਿਊਜ਼ ਨਾਲ ਮਤਲਬ ਹੈ। ਅਸੀਂ ਇਹਨਾਂ ਨੂੰ ਐਬਸੋਲਿਊਟ ਐਰਰਸ ਕਹਿੰਦੇ ਆ ਕਿ ਐਬਸੋਲਿਊਟ ਐਰਰ ਉਹਨਾਂ ਦੇ ਵਿੱਚ ਕਿੰਨਾ ਆਇਆ ਹੈਗਾ। ਸੋ ਐਬਸੋਲਿਊਟ ਐਰਰ ਲੈਣ ਦੇ ਲਈ ਅਸੀਂ ਟਰੂ ਵੈਲਿਊ 'ਚੋਂ ਐਕਸਪੈਰੀਮੈਂਟਲ ਵੈਲਿਊ ਨੂੰ ਘਟਾ ਦਿੰਦੇ ਹੁੰਦੇ ਹਾਂ। ਸੋ ਇਸ ਤਰ੍ਹਾਂ ਆਪਣੇ ਕੋਲ ਉਹ ਜਿਹੜਾ ਵੈਲਿਊ ਐਬਸੋਲਿਊਟ ਦਾ ਮਤਲਬ ਹੁੰਦਾ ਬਿਨਾਂ ਮਾਈਨਸ ਤੋਂ, ਸੋ ਪਲੱਸ ਵਾਲਾ ਹੀ ਲੈਣਾ ਵਾ। ਦੈਨ ਯੂ ਹੈਵ ਰਿਲੇਟਿਵ ਐਰਰ। ਰਿਲੇਟਿਵ ਐਰਰ ਫਿਰ ਕੀ ਹੁੰਦਾ ਵਾ, ਰਿਲੇਟਿਵ ਐਰਰ ਜਿਹੜਾ ਹੁੰਦਾ ਵਾ, ਸੋ ਦੈਟ ਕਮਜ਼ ਆਊਟ ਟੂ ਵੀ ਰਿਲੇਟਿਵ ਐਰਰ। ਸੋ ਰਿਲੇਟਿਵ ਐਰਰ ਕੀ ਹੁੰਦਾ, ਸੋ ਇਹ ਹੁੰਦਾ ਵਾ ਆਪਣੇ ਕੋਲ ਐਬਸੋਲਿਊਟ ਐਰਰ ਜਿਹੜਾ ਆ ਰਿਹਾ ਵਾ, ਐਬਸੋਲਿਊਟ ਐਰਰ ਉਹ ਡਿਵਾਈਡ ਬਾਈ ਟਰੂ ਵੈਲਿਊ। ਸੋ ਟਰੂ ਵੈਲਿਊ ਹੁਣ ਐਬਸੋਲਿਊਟ ਐਰਰ ਆਪਣਾ ਕਿੰਨਾ ਆ ਰਿਹਾ ਸੀਗਾ, ਸੋ ਐਬਸੋਲਿਊਟ ਐਰਰ ਆਪਾਂ ਜਿੱਦਾਂ ਦੇਖਿਆ ਹੁਣੀ 0.0 ਸਮਥਿੰਗ ਆ ਰਿਹਾ ਸੀਗਾ। ਬਾਅਦ ਵਿੱਚ ਅਸੀਂ ਇਹਨਾਂ ਦਾ ਵੀ ਮੀਨ ਕੱਢ ਲੈਂਦੇ ਹੁੰਦੇ ਹਾਂ, ਸਾਰੇ ਐਰਰਸ ਜਿਹੜੇ ਹੈਗੇ ਆ। ਸੋ ਇਹਨਾਂ ਨੂੰ ਅਸੀਂ ਜਮ੍ਹਾਂ ਕਰਕੇ ਬਟਾ ਜਿੱਦਾਂ 5 ਐਰਰ ਸੀ 5 ਨਾਲ ਡਿਵਾਈਡ ਕਰਕੇ ਫਿਰ ਇਹਦਾ ਵੀ ਇੱਕ ਜਿਹੜੀ ਮੀਨ ਆ ਉਹ ਲੈ ਲੈਂਦੇ ਹੁੰਦੇ ਹਾਂ। ਸੋ ਐਬਸੋਲਿਊਟ ਐਰਰ ਜਿਹੜਾ ਹੈਗਾ ਉਹਨੂੰ ਟਰੂ ਵੈਲਿਊ ਨਾਲ ਅਸੀਂ ਡਿਵਾਈਡ ਕਰ ਦਿੰਦੇ ਹੁੰਦੇ ਹਾਂ। ਸੋ therefore we get this relative error and then you have percentage error। ਸੋ ਪਰਸੈਂਟ ਐਰਰ ਰਿਲੇਟਿਵ ਐਰਰ ਜਿਹੜਾ ਆਇਆ ਵਾ, ਰਿਲੇਟਿਵ ਐਰਰ ਨੂੰ 100 ਦੇ ਨਾਲ ਮਲਟੀਪਲਾਈ ਕਰ ਦਿੰਦੇ ਆ। ਸੋ ਵੀ ਗੈਟ ਦਿਸ ਪਰਸੈਂਟੇਜ ਐਰਰ। ਮੰਨ ਲਓ ਕਿ ਸਪੋਜ਼ ਕੋਈ ਫਿਗਰ ਲੈ ਲੈਂਦੇ ਐਵੇਂ ਰੈਂਡਮਲੀ, ਮੰਨ ਲਓ ਇੱਥੇ 5 ਹੈਗਾ ਵਾ, ਇੱਥੇ ਟਰੂ ਵੈਲਿਊ ਜਿਹੜੀ ਹੈਗੀ 75 ਹੈਗੀ ਆ, ਤਾਂ ਫਿਰ ਇਹ 5/75 ਕਰਕੇ ਜੋ ਵੀ ਆਨਸਰ ਆਊਗਾ ਰਿਲੇਟਿਵ ਐਰਰ ਆ। ਅਤੇ ਜੇ ਅਸੀਂ ਪਰਸੈਂਟ ਵਾਲਾ ਲੈਣਾ ਵਾ ਅਤੇ ਪਰਸੈਂਟ ਵਾਲਾ 5/75 ਗੁਣਾ 100 ਕਰਨਾ ਪਊਗਾ। ਸੋ ਇਸ ਤਰ੍ਹਾਂ ਆਪਣੇ ਕੋਲ ਜਿਹੜਾ ਹੈਗਾ ਉਹ ਪਰਸੈਂਟ ਦੇ ਵਿੱਚ ਆਨਸਰ ਆਊਗਾ, ਇੱਥੇ ਵੈਸੇ ਹੀ ਆਨਸਰ ਆਊਗਾ ਨੰਬਰਾਂ ਦੇ ਵਿੱਚ। ਸੋ ਇੱਥੇ ਪਰਸੈਂਟ ਵਾਲਾ ਆਨਸਰ ਆਊਗਾ। ਸੋ ਰਿਲੇਟਿਵ ਐਰਰ ਅਤੇ ਪਰਸੈਂਟੇਜ ਐਰਰ ਜਿਹੜਾ ਹੈਗਾ ਉਹ ਆਪਾਂ ਫਿਰ ਇੱਦਾਂ ਕਰਦੇ ਹਾਂ। ਸੋ ਹੁਣ ਇੱਕ ਗੱਲ ਆ ਜਾਂਦੀ ਹੈ ਲੀਸਟ ਕਾਊਂਟ ਦੀ, ਲੀਸਟ ਕਾਊਂਟ। ਸੋ ਵਾਟ ਇਜ਼ ਦਿਸ ਲੀਸਟ ਕਾਊਂਟ? ਲੀਸਟ ਕਾਊਂਟ ਉਹ ਸਭ ਤੋਂ ਘੱਟ ਮੇਜਰਮੈਂਟ ਆ ਜਿਹੜੀ ਕਿਸੇ ਇੰਸਟਰੂਮੈਂਟ ਨਾਲ ਕੀਤੀ ਜਾ ਸਕਦੀ ਆ। ਜਦੋਂ ਨਾ ਸਕੇਲ ਆ ਤੁਹਾਡਾ, ਤੁਹਾਨੂੰ ਪਤਾ ਇੱਥੇ 0 ਹੁੰਦੀ ਹੈ, ਇੱਥੇ 1 ਹੁੰਦਾ, ਇੱਥੇ 1 2 3 4, ਇੱਥੇ ਛੋਟਾ ਜਿਹਾ 5 ਹੁੰਦਾ, ਫਿਰ 1 2 3 4 ਅਤੇ ਫਿਰ ਇੱਥੇ 1 ਹੁੰਦਾ, ਫਿਰ 1 2 3 4 ਛੋਟਾ ਜਿਹਾ 1 2 3 4 ਅਤੇ ਇੱਥੇ 2 ਹੁੰਦਾ। ਸੋ ਇਹਦੇ ਵਿੱਚ ਸਭ ਤੋਂ ਛੋਟਾ ਤੁਸੀਂ ਜੇ 2 ਲਕੀਰਾਂ ਜਿਹੜੀਆਂ ਜਿਨ੍ਹਾਂ ਵਿੱਚ ਦੂਰੀ ਆ, ਸੋ ਸਭ ਤੋਂ ਕੋਈ ਵੀ 2 ਲਕੀਰਾਂ ਫੜੋ, ਆਹ ਵਾਲੀ ਦੂਰੀ ਹੋ ਸਕਦੀ ਆ ਇਹਨਾਂ 2 ਲਕੀਰਾਂ ਦੇ ਵਿੱਚ, ਆਹ ਵਾਲੀਆਂ 2 ਲਕੀਰਾਂ ਦੇਖ ਲਓ, ਇਹਨਾਂ ਦੇ ਵਿੱਚ ਆਹ ਵਾਲੀ ਦੂਰੀ ਜਾਂ ਆਹ 0 ਤੋਂ ਲੈ ਕੇ ਪਹਿਲੀ ਲਕੀਰ ਵਿੱਚ ਜਿਹੜੀ ਦੂਰੀ ਆ, ਸੋ ਆਹ ਵਾਲੀ ਦੂਰੀ ਜਿਹੜੀ ਆ ਆਹ ਵਾਲੀ, ਸੋ ਇਹ ਕਿੰਨੀ ਆ, ਇਹ ਮਿਲੀਮੀਟਰ ਆ, 1 ਮਿਲੀਮੀਟਰ। ਇਹਦਾ ਮਤਲਬ ਜਿਹੜਾ ਸਕੇਲ ਆ ਤੁਹਾਡਾ ਇਹਦਾ ਲੀਸਟ ਕਾਊਂਟ 1 ਮਿਲੀਮੀਟਰ ਹੈ। ਘੱਟ ਤੋਂ ਘੱਟ ਕਿੰਨਾ ਨਾਪ ਸਕਦਾ, 1 ਮਿਲੀਮੀਟਰ ਨਾਪ ਸਕਦਾ। ਇੱਦਾਂ ਜਿਹੜੀ ਘੜੀ ਹੁੰਦੀ ਆ ਸਕਿੰਟ ਦੇ ਵਿੱਚ, ਉਹ 1 ਸੈਕਿੰਡ ਨਾਪ ਸਕਦੀ ਆ, ਉਹਦਾ ਲੀਸਟ ਕਾਊਂਟ ਫਿਰ 1 ਸੈਕਿੰਡ ਹੋ ਗਿਆ। ਮੰਨ ਲਓ ਇੱਕ ਘੜੀ ਆ ਉਹ 'ਚ ਸਕਿੰਟ ਵਾਲੀ ਸੂਈ ਹੋਈ ਨਹੀਂ ਹੈਗੀ, ਸਿਰਫ 2 ਸੂਈਆਂ ਹੀ ਆ, ਘੰਟੇ ਵਾਲੀ ਅਤੇ ਮਿੰਟ ਵਾਲੀ। ਇਹਦਾ ਮਤਲਬ ਫਿਰ ਉਹਦਾ ਲੀਸਟ ਕਾਊਂਟ 1 ਮਿੰਟ ਹੋ ਗਿਆ। ਸੋ ਕਿਉਂਕਿ ਉਹ 'ਚ ਸਕਿੰਟ ਨਾਪਿਆ ਨਹੀਂ ਜਾ ਸਕਦਾ। ਸੋ ਘੱਟ ਤੋਂ ਘੱਟ ਜਿਹੜਾ ਸਹੀ ਨਾਪਿਆ ਜਾ ਸਕਦਾ ਵਾ ਉਹਨੂੰ ਅਸੀਂ ਉਹਦਾ ਲੀਸਟ ਕਾਊਂਟ ਕਹਿੰਦੇ ਹਾਂ। ਲੀਸਟ ਕਾਊਂਟ। ਸੋ ਇੱਦਾਂ ਹੀ ਤੁਹਾਡੇ ਕੋਲ ਮੰਨ ਲਓ ਤੱਕੜੀ ਹੋ ਸਕਦੀ ਹੈ, ਬੈਲੈਂਸ ਹੋ ਸਕਦਾ, ਜਿਹਦੇ ਵਿੱਚ ਤੁਸੀਂ ਮੇਜਰਮੈਂਟ ਕਰਦੇ ਆ, ਉਹ 'ਚ ਤੁਹਾਨੂੰ ਘੱਟ ਤੋਂ ਘੱਟ ਉਹ 10 ਗ੍ਰਾਮ ਨਾਪਦਾ ਵਾ, 10 ਗ੍ਰਾਮ 20 ਗ੍ਰਾਮ, ਤਾਂ ਇਹਦਾ ਮਤਲਬ ਤੁਸੀਂ 1 2 3 ਗ੍ਰਾਮ ਨਾਪ ਹੀ ਨਹੀਂ ਸਕਦੇ। ਸੋ ਦੇਅਰਫੋਰ ਉਹ ਜਿਹੜਾ ਹੈਗਾ ਤੁਹਾਡੇ ਕੋਲ ਤੱਕੜੀ ਜਿਹੜੀ ਆ ਉਹਦਾ ਫਿਰ ਲੀਸਟ ਕਾਊਂਟ 10 ਗ੍ਰਾਮ ਹੋ ਗਿਆ। ਸੋ ਡਿਪੈਂਡ ਕਰਦਾ ਕਿ ਉਹ ਜਿਹੜਾ ਤੁਹਾਡਾ ਇੰਸਟਰੂਮੈਂਟ ਆ ਉਹ ਕਿੱਦਾਂ ਦਾ। ਜਿਹੜਾ ਥਰਮਾਮੀਟਰ ਆ ਉਹ 1 ਡਿਗਰੀ 2 ਡਿਗਰੀ ਨਾਪ ਸਕਦਾ, ਕਿ 0.5 ਡਿਗਰੀ 1.5 ਡਿਗਰੀ ਇੱਦਾਂ ਕਰਕੇ ਨਾਪ ਸਕਦਾ, ਫਿਰ ਉਹਦਾ 0.5 ਡਿਗਰੀ ਜਿਹੜਾ ਲੀਸਟ ਕਾਊਂਟ ਹੋ ਜਾਊਗਾ। ਸੋ ਲੀਸਟ ਕਾਊਂਟ ਮੈਨੇ ਕੋਈ ਵੀ ਇੰਸਟਰੂਮੈਂਟ ਉਹ ਘੱਟ ਤੋਂ ਘੱਟ ਕਿੰਨਾ ਮੇਜਰ ਕਰ ਸਕਦਾ ਹੈਗਾ। ਇਹਦਾ ਮਤਲਬ ਜਿੰਨਾ ਉਹ ਘੱਟ ਤੋਂ ਘੱਟ ਮੇਜਰ ਕਰ ਸਕਦਾ ਓਨਾ ਐਰਰ ਹਮੇਸ਼ਾ ਰਹਿਣਾ ਹੀ ਰਹਿਣਾ ਵਾ। ਜਿੱਦਾਂ ਮੈਂ ਪਹਿਲਾਂ ਵੀ ਤੁਹਾਨੂੰ ਸਮਝਾਇਆ ਸੀ ਇੱਥੇ ਕਿ ਸਕੇਲ ਜਦੋਂ ਅਸੀਂ ਬਣਾਉਂਦੇ ਹਾਂ ਤਾਂ ਸਕੇਲ ਦੇ ਵਿੱਚ ਮੰਨ ਲਓ ਰੀਡਿੰਗ ਵਿੱਚ ਘਾਰ ਆ ਗਈ, ਮੰਨ ਲਓ ਤੁਹਾਡੇ 2 ਨਿਸ਼ਾਨ ਇੱਦਾਂ ਲੱਗੇ ਹੋਏ ਆ, ਤੁਸੀਂ ਇੱਕ ਪੈਨਸਲ ਨਾਪੀ ਜਾਂ ਕੋਈ ਪੈਨ ਨਾਪਿਆ ਜਾਂ ਕੋਈ ਚੌਕ ਸਮਥਿੰਗ ਨਾਪਿਆ, ਉਹਦੀ ਵੈਲਿਊ ਜਿਹੜੀ ਆ ਉਹ ਲੰਬਾਈ ਉਹਦੀ ਅਸਲ ਵਿੱਚ ਇੱਥੇ ਤੱਕ ਆ ਗਈ।
ਸੋ ਜੇ ਉਹਦੀ ਲੰਬਾਈ ਇੱਥੇ ਤੱਕ ਆ ਗਈ ਤਾਂ ਹੁਣ ਤੁਸੀਂ ਇਹਨੂੰ ਮੰਨ ਲਓ ਇਹ ਹੈਗਾ ਵਾ 5.3, ਆ ਹੈਗਾ 5.4, ਤਾਂ ਇਹਨੂੰ ਹੁਣ 5.3 ਕਹੋਗੇ ਕਿ 5.4 ਕਹੋਗੇ। ਹੁਣ ਆਪਾਂ ਇਹਨੂੰ ਕੀ ਕਹਿ ਸਕਦੇ ਹਾਂ, ਆਪਾਂ ਕੁਝ ਵੀ ਨਹੀਂ ਕਹਿ ਸਕਦੇ। ਇਹ ਫਿਰ ਅਸੀਂ ਦੇਖਦੇ ਹਾਂ ਕਿ ਵੀ 5.3 ਦੇ ਜ਼ਿਆਦਾ ਨੇੜੇ ਲੱਗਦਾ ਪਿਆ, ਇਸ ਕਰਕੇ ਇਹਨੂੰ ਫਿਰ ਅਸੀਂ 5.3 ਨਾਪ ਲਾਂਗੇ। ਇਹਦਾ ਮਤਲਬ ਅਸਲ ਵਿੱਚ 5.3 ਤੋਂ ਜ਼ਿਆਦਾ ਸੀ, ਪਰ ਜੇ ਅਸੀਂ 5.4 ਲਿਖਦੇ ਤਾਂ ਵੀ ਇਹ ਗਲਤ ਸੀ, ਕਿਉਂਕਿ 5.4 ਤਾਂ ਹੈ ਨਹੀਂ, ਇਹ ਤਾਂ ਉਹ ਤੋਂ ਪਹਿਲਾਂ ਹੀ ਰੁਕ ਗਿਆ। ਇਹਦਾ ਮਤਲਬ ਤੁਸੀਂ ਫਿਰ ਅਪਰੋਕਸੀਮੇਟਲੀ ਲੈ ਲੈਂਦੇ ਆ 5.3। ਇਹਦਾ ਮਤਲਬ ਅਸਲ ਵਿੱਚ ਜੇ ਇੱਥੇ ਹੋਰ ਨਿਸ਼ਾਨ ਲੱਗੇ ਹੁੰਦੇ, ਇੱਥੇ ਬਰੀਕ 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 ਬਰੀਕ, ਤਾਂ ਅਸੀਂ ਉਹ ਵਾਲੇ ਨਿਸ਼ਾਨਾਂ ਨੂੰ ਵੀ ਗਿਣ ਲੈਣਾ ਸੀ। ਮੰਨ ਲਓ ਕਿ ਇੱਥੇ ਨਿਸ਼ਾਨ ਲੱਗੇ 10, ਅਤੇ ਮੰਨ ਲਓ ਇੱਥੇ ਆਪਣੇ ਕੋਲ 4 ਆਉਂਦਾ, ਫਿਰ ਮਤਲਬ 5.34। ਹੁਣ 5.34 ਤੇ 5.35 ਦੇ ਵਿੱਚ ਫੇਰ ਰੌਲਾ ਰਹਿਣਾ ਕਿ 4 ਹੈ ਕਿ 5 ਆ, ਕਿਉਂਕਿ ਉਹ ਫੇਰ ਪ੍ਰੋਬਲਮ ਉੱਥੇ ਉਹੀ ਰਹਿਣੀ। ਜੇ ਉਹਨੂੰ ਜ਼ੂਮ ਕਰਕੇ ਦੇਖੋਗੇ ਉਹ ਫਿਰ ਤੁਹਾਨੂੰ ਐਂ ਹੀ ਲੱਗਣਾ ਵਾ ਵੀ ਜੇ ਮੰਨ ਲਓ ਆਹ 5.34 ਆ ਅਤੇ ਆਹ ਜਿਹੜਾ ਵਾ 5.35 ਆ, ਅਤੇ ਹੁਣ ਉਹ ਚੀਜ਼ ਜਿਹੜੀ ਆ ਉਹ ਇੱਥੇ ਆ, ਕਿੱਥੇ ਦਾ ਕਰਕੇ ਰੁਕੀ ਆ। ਸੋ ਆਫਟਰ ਆਲ ਉਹ ਵੀ ਵਿਚਕਾਰ ਇੱਥੇ ਬਿਲਕੁਲ ਐਗਜ਼ੈਕਟਲੀ ਉੱਥੇ ਨਹੀਂ ਰੁਕੂਗੀ ਹਰ ਵੇਲੇ, ਕਦੇ ਨਾ ਕਦੇ ਉਹ ਵਿਚਕਾਰ ਆ ਹੀ ਜਾਊਗੀ। ਫਿਰ ਤੁਹਾਨੂੰ ਸੋਚਣਾ ਪੈਣਾ ਕਿ ਅਸੀਂ ਕੀ ਲਈਏ। ਇਹਦੇ ਵੱਲ ਇਸ ਤੋਂ ਬਾਅਦ ਫਿਰ ਆਹ ਵਾਲੀ ਪ੍ਰੋਬਲਮ ਅਤੇ ਇਹ ਵਾਲੀ ਜਿਹੜੀ ਜਗ੍ਹਾ ਇੱਥੇ ਫਿਰ ਨੰਬਰ ਦੀ ਪ੍ਰੋਬਲਮ ਆ, ਆਹ ਵਾਲੀ ਜਗ੍ਹਾ 'ਤੇ ਨੰਬਰ ਦੀ ਪ੍ਰੋਬਲਮ ਆ। ਸੋ ਦੇਅਰ ਇਜ਼ ਆਲਵੇਜ਼ ਏ ਡਾਊਟ। ਸੋ ਲਾਸਟ ਜਿਹੜਾ ਡਿਜਿਟ ਹੁੰਦਾ ਵਾ, ਜਿੰਨਾ ਉਹਦਾ ਲੀਸਟ ਕਾਊਂਟ ਹੁੰਦਾ ਵਾ, ਉਨਾ ਐਰਰ ਹਮੇਸ਼ਾ ਉਹਦੇ ਵਿੱਚ ਰਹਿੰਦਾ ਹੀ ਰਹਿੰਦਾ ਵਾ, ਜਿਹੜਾ ਵੀ ਇੰਸਟਰੂਮੈਂਟ ਦੇ ਨਾਲ ਤੁਸੀਂ ਨਾਪਣ ਦੀ ਕੋਸ਼ਿਸ਼ ਕਰਦੇ ਹੋ। ਹੁਣ ਮੰਨ ਲਓ ਕਿ ਆਪਣੇ ਕੋਲ ਪ੍ਰੋਪਾਗੇਸ਼ਨ ਆਫ ਐਰਰ ਦੀ ਆਪਾਂ ਗੱਲ ਕਰਦੇ ਹਾਂ। ਸੋ ਪ੍ਰੋਪਾਗੇਸ਼ਨ ਆਫ ਐਰਰ ਦੇ ਵਿੱਚ ਆਪਾਂ ਕੀ ਕਰਦੇ ਹਾਂ ਕਿ ਜਦੋਂ ਅਸੀਂ ਮੇਜਰਮੈਂਟ ਕਰਦੇ ਹਾਂ, ਜਦੋਂ ਜਮ੍ਹਾਂ ਕਰਕੇ ਆਵੇ ਕੋਈ, ਮੰਨ ਲਓ ਜਿੱਦਾਂ ਆਪਾਂ ਆਹ ਲੈਣਾ ਹੋਵੇ ਤਾਂ ਪੈਰੀਮੀਟਰ ਲੈਣਾ ਹੋਵੇ, ਇੱਕ ਰੈਕਟੈਂਗਲ ਆ, ਮੰਨ ਲਓ ਇਹਦੀ ਲੰਬਾਈ ਹੈਗੀ ਆ 5 ਅਤੇ ਇਹਦੀ ਲੰਬਾਈ ਹੈਗੀ 7, ਪਰ ਸਾਨੂੰ ਪਤਾ ਕਿ ਇਹ ਜਦੋਂ ਅਸੀਂ ਸਕੇਲ ਨਾਲ ਇਹਨੂੰ ਨਾਪਿਆ ਸੀ ਤਾਂ ਇਹਦੇ ਵਿੱਚ ਸਾਨੂੰ ±0.1 ਦਾ ਨੁਕਸ ਪੈਣਾ ਹੀ ਆ, ਇਹ ਤਰੁੱਟੀ ਆਉਣੀ ਆ। ਇਹਦਾ ਮਤਲਬ ਇਹਦੇ ਵਿੱਚ ਵੱਧ ਤੋਂ ਵੱਧ ਜਦੋਂ ਅਸੀਂ ਇਹਦਾ ਜਿਹੜਾ ਲਵਾਂਗੇ, ਇਹ ਵੀ 5.01 ਹੋਣਾ, 7.-0.1, ਕੋਈ ਇਹ ਜਿਹੜਾ ਨੁਕਸ ਆ ਉਹ ਹੋ ਸਕਦਾ ਵੱਧ ਹੋਵੇ ਤਾਂ ਹੋ ਸਕਦਾ ਘੱਟ ਹੋਵੇ। ਸੋ 5.0.1। ਸੋ ਇਹ ਜਿਹੜੇ ਨੁਕਸ ਹੈਗੇ ਆ ਵੀ ਆ 7 ਆ ਕੇ 5 ਆ, ਕਿੰਨਾ ਹੈਗਾ, ਸੋ ਇਹ ਰੈਕਟੈਂਗਲ ਆ। ਸੋ ਇਹ ਜਿਹੜਾ ਪਲੱਸ ਮਾਈਨਸ, ਕਿਉਂਕਿ ਸਕੇਲ ਦੇ ਨਾਲ ਜੇ ਤੁਸੀਂ ਨਾਪਿਆ ਸੀ ਤਾਂ ਸਕੇਲ 'ਤੇ ਮੰਨ ਲਓ ਜੇ 5 ਰੀਡਿੰਗ ਆ ਰਹੀ ਸੀ ਤਾਂ ਹੁਣ ਐਗਜ਼ੈਕਟਲੀ 5 'ਤੇ ਥੋੜ੍ਹੀ ਰੁਕਣੀ ਆ, ਉਹ ਮਾੜੀ ਜੀ 5 ਦੇ ਅੱਗੇ ਵੀ ਹੋ ਸਕਦੀ ਆ, ਮਾੜੀ ਜੀ 5 ਦੇ ਪਿੱਛੇ ਵੀ ਹੋ ਸਕਦੀ ਆ। ਮਤਲਬ ਨਾ ਉਹ 4.9 ਵੀ ਹੋ ਸਕਦੀ ਸੀ, ਮਤਲਬ 4.9 ਵੀ ਹੈ ਨਹੀਂ, ਉਹ ਤੋਂ ਟੱਪੀ ਹੋ ਸਕਦੀ ਸੀ, ਪਰ 5 'ਤੇ ਉਹ ਰੁਕੀ ਨਹੀਂ। ਫਿਰ ਇਹਦਾ ਮਤਲਬ 5 ਤੋਂ ਘੱਟ ਹੈਗੀ ਆ। ਜੇ ਉਹ 5 ਤੋਂ ਟੱਪ ਗਈ ਪਰ 5.1 ਨਹੀਂ ਹੋਈ, ਫਿਰ ਇਹਦਾ ਮਤਲਬ ਤੁਸੀਂ ਕਿਹੜੀ ਰੀਡਿੰਗ ਲਓਗੇ। ਸੋ ਜਾਂ ਕਿਉਂਕਿ ਜਦੋਂ ਮੈਂ ਲਿਖਤੀ ਤੁਹਾਡੇ ਸਾਹਮਣੇ ਤਾਂ ਮੇਜਰਮੈਂਟ ਕੀਤੀ ਨਹੀਂ, ਇਹਦਾ ਮਤਲਬ ਹੋ ਸਕਦਾ ਕਿ ਉਹ ਵੱਧ ਹੋਈ ਹੋਵੇ, ਹੋ ਸਕਦਾ ਉਹ ਘੱਟ ਹੋਈ ਹੋਵੇ। ਜੇ ਉਹ ਮੰਨ ਲਓ ਬਿਲਕੁਲ ਹੀ 5 ਦੇ ਇੱਥੇ ਕੁ ਨੇੜੇ ਜੇ ਆ ਕੇ ਰੁਕ ਗਿਆ ਤਾਂ ਵੀ ਮੈਂ ਉਹਨੂੰ 5 ਹੀ ਲੈ ਲੈਣਾ। ਜੇ ਮਾੜਾ ਜਾਂ 5 ਤੋਂ ਗਾਂਹ ਟੱਪ ਜਾਂਦਾ, ਮੰਨ ਲਓ ਆਹ 4.9 ਰੀਡਿੰਗ ਆ ਅਤੇ ਆਹ 5.1 ਰੀਡਿੰਗ ਆ, ਅਤੇ ਜਦੋਂ ਮੈਂ ਨਾਪਿਆ ਹੋ ਸਕਦਾ ਮੈਂ ਇੱਥੇ ਰੁਕਿਆ ਹੁੰਦਾ 5 ਦੇ ਨੇੜੇ ਜੇ ਪਹਿਲਾਂ ਹੀ, ਜਾਂ 5 ਤੋਂ ਮਾੜਾ ਜਿਹਾ ਅੱਗੇ ਟੱਪ ਗਿਆ ਹੁੰਦਾ, ਤਾਂ ਫਿਰ ਮੈਂ ਦੋਨੋਂ ਹਾਲਾਤਾਂ 'ਚ ਉਹਨੂੰ 5 ਹੀ ਮੰਨਣਾ ਸੀ। ਕਿਉਂਕਿ ਮੈਨੂੰ ਪਤਾ ਨਹੀਂ ਵੀ ਤੁਹਾਡੇ ਸਾਹਮਣੇ ਮੈਂ ਕੰਮ ਕੀਤਾ ਨਹੀਂ, ਫਿਰ ਮੈਂ ਲਿਖਿਆ 5-0.1, ਮਤਲਬ ਜਿਹੜਾ ਲੀਸਟ ਕਾਊਂਟ ਹੁੰਦਾ ਵਾ ਉਹ ਐਰਰ ਉਹਦੇ 'ਚ ਆਪਾਂ ਮੰਨਣਾ ਆ। ਸੋ ਇੱਦਾਂ ਹੀ 7 ਵੀ ਇੱਦਾਂ ਹੀ ਨਾਪਿਆ ਹੋਊਗਾ, ਉਹ 'ਚ ਵੀ ਇੱਕ ਐਰਰ ਆ ਗਿਆ। ਹੁਣ ਇਹਦਾ ਮਤਲਬ ਜੇ ਮੈਂ ਇਹਨੂੰ ਦੇਖਣਾ ਹੋਵੇ, ਮੈਂ ਇੱਥੇ ਇੱਕ ਰੱਸੀ ਬੰਨ੍ਹਣੀ ਹੋਵੇ ਦੇ ਆਲੇ ਦੁਆਲੇ, ਪੈਰੀਮੀਟਰ ਇਹਦਾ ਇੱਥੇ ਇੱਕ ਰੱਸੀ ਬੰਨ੍ਹਣੀ ਹੋਵੇ ਦੇ ਆਲੇ ਦੁਆਲੇ, ਇਹ ਖੇਤ ਆ ਕੋਈ, ਤਾਂ ਫਿਰ ਉਹ ਰੱਸੀ ਦੀ ਲੰਬਾਈ ਕਿੰਨੀ ਹੋਊਗੀ। ਸੋ ਰੱਸੀ ਦੀ ਲੰਬਾਈ ਸਿੱਧਾ ਹੀ ਆ, ਤੁਹਾਨੂੰ ਪਤਾ ਕਿ 5-7 ਹੋਣੀ ਚਾਹੀਦੀ ਆ। ਸੋ ਜਾਂ ਤੁਸੀਂ ਇਹਦਾ 2l+b ਵਾਲਾ ਫਾਰਮੂਲਾ ਲਾ ਕੇ ਕੱਢ ਸਕਦੇ ਹੋ। ਸੋ ਇਹ ਜਿੰਨਾ ਵੀ ਆਨਸਰ ਆਊਗਾ ਉਹ ਤਾਂ ਆ ਹੀ ਜਾਊਗਾ। ਬਟ ਇਹਦੇ ਜਿਹੜਾ ਆਹ 0.1 ਵਾਲੀ ਜਿਹੜੀ ਗੱਲ ਆ ਰਹੀ ਆ, ਇਹਨੂੰ ਮੈਕਸੀਮਮ ਲੈਣਾ ਆਪਾਂ ਨੇ। ਮੈਕਸੀਮਮ ਘਟਾਓ ਵਾਲਾ ਨਹੀਂ ਲੈਣਾ, ਅਸੀਂ ਵੱਧ ਵਾਲਾ ਲੈਣਾ ਵਾ, ਅਸੀਂ ਜ਼ਿਆਦਾ ਵਾਲਾ ਐਰਰ ਲੈਣਾ ਵਾ। ਅਸੀਂ ਇਹਦੇ 'ਚ ਵੀ ਇੱਕ ਐਰਰ ਮੰਨਣਾ ਵਾ, ਇਹਦੇ 'ਚ ਵੀ ਇੱਕ ਮੰਨਣਾ, ਇਹ 'ਚ ਮਤਲਬ ਟੋਟਲ 0.4 ਦਾ ਐਰਰ ਜਿਹੜਾ ਹੈਗਾ ਉਹ ਅਸੀਂ ਇੱਥੇ ਮੰਨ ਲੈਣਾ ਕਿ 0.1 ਦਾ ਇਹ 'ਚ ਹੈ, 0.1 'ਚ 0.1. ਸੋ ਟੋਟਲ ਐਰਰ ਅਸੀਂ ਭਾਵੇਂ ਉਹ ਘਟਿਆ ਵੀ ਹੋਵੇ, ਅਸੀਂ ਘਟੇ ਵਾਲੇ ਨੂੰ ਨਹੀਂ ਲੈਣਾ, ਅਸੀਂ ਜ਼ਿਆਦਾ ਵਾਲੇ ਨੂੰ ਮੈਕਸੀਮਮ ਲੈਣਾ ਵਾ। ਮੈਕਸੀਮਮ ਵੀ ਵੱਧ ਤੋਂ ਵੱਧ ਨੁਕਸ ਕਿੰਨਾ ਪਿਆ ਹੋ ਸਕਦਾ। ਸੋ ਵੱਧ ਤੋਂ ਵੱਧ ਨੁਕਸ ਜਿਹੜਾ ਵਾ ਉਹ ਐਰਰ ਜਿਹੜਾ ਤਰੁੱਟੀ ਆ ਉਹ 0.4 ਦੀ ਪਈ ਹੋ ਸਕਦੀ ਆ। ਇਸ ਲਈ ਅਸੀਂ ਕਹਿੰਦੇ ਹਾਂ ਕਿ ਜੇ ਫਿਜ਼ੀਕਲ ਕੁਆਂਟੀਟੀ x ਜਿਹੜੀ ਆ ਉਹ a+b ਹੋਵੇ, ਕੋਈ ਦੋ ਹੋਰ, ਜਿੱਦਾਂ ਇਹਦੀ ਲੰਬਾਈ ਅਤੇ ਚੌੜਾਈ ਨਾਪਿਆ ਸੀ, ਜੇ ਇਹਦਾ ਨਾਮ a ਰੱਖਦਾ ਤਾਂ b ਰੱਖਦਾ, ਤਾਂ ਅਸਲ ਵਿੱਚ x ਦੇ ਵਿੱਚ ਵੀ ਕੋਈ ਨੁਕਸ ਪੈਂਦਾ, ਉਹਨੂੰ Δx ਨੁਕਸ ਕਹਿੰਦੇ ਆ, ਤਾਂ ਉਹ a ਦੇ ਨੁਕਸ ਦੇ ਵਿੱਚ ਪਿਆ ਜਿਹੜਾ, ਅਤੇ ਇੱਦਾਂ ਹੀ b ਦੇ ਵਿੱਚ ਜਿਹੜਾ ਨੁਕਸ ਪਿਆ
ਉਹਨਾਂ ਦੇ ਨੁਕਸਾਂ ਦੇ ਉਹਨਾਂ ਦੀਆਂ ਤਰੁੱਟੀਆਂ ਨੂੰ ਇਕੱਠੇ ਕਰਕੇ ਆਊਗਾ। ਸੋ ਅਸਲ ਵਿੱਚ ਐਕਸ ਜਿਹੜਾ ਹੈਗਾ ਵਾ ਉਹ ਤਾਂ ਆ ਗਿਆ a ਪਲੱਸ b, ਅਤੇ ਜਿਹੜਾ ਪਲੱਸ ਮਾਈਨਸ ਡੈਲਟਾ ਐਕਸ ਆਇਆ ਉਹ ਆਇਆ ਪਲੱਸ ਮਾਈਨਸ a ਪਲੱਸ ਮਾਈਨਸ b। ਬਟ ਇਹਨੂੰ ਅਸੀਂ ਮੈਕਸੀਮਮ ਲੈਣਾ, ਜੇ ਉਹ 'ਚ ਨੈਗੇਟਿਵ ਵੈਲਿਊ ਆਉਂਦਾ ਉਹਨੂੰ ਛੱਡ ਕੇ ਅਸੀਂ ਉਹਨਾਂ ਨੂੰ ਐਡ ਹੀ ਕਰਨਾ ਵਾ। ਹੋ ਸਕਦਾ ਕਿਸੇ ਵੈਲਿਊ ਘੱਟ ਵੀ ਆਇਆ ਹੋਵੇ, ਪਰ ਅਸੀਂ ਉਹ ਘੱਟ ਨਹੀਂ ਲੈਣਾ, ਅਸੀਂ ਮੈਕਸੀਮਮ ਵੱਧ ਤੋਂ ਵੱਧ ਕਿੰਨਾ ਜਿਹੜਾ ਨੁਕਸ ਆ, ਕਿੰਨੀ ਤਰੁੱਟੀ ਆ ਉਹ ਪੈ ਸਕਦੀ ਆ, ਉਹ ਵਾਲੀ ਚੀਜ਼ ਜਿਹੜੀ ਆ ਉਹਦੇ ਬਾਰੇ ਆਪਾਂ ਗੱਲ ਕਰਨੀ ਆ। ਸੋ ਮੈਕਸੀਮਮ ਤਰੁੱਟੀ ਜਿਹੜੀ ਆ ਉਹਦੇ ਬਾਰੇ ਆਪਾਂ ਗੱਲ ਕਰਦੇ ਹਾਂ। ਇੱਦਾਂ ਜੇ ਕੋਈ ਚੀਜ਼ਾਂ ਜਿਹੜੀਆਂ ਹੈਗੀਆਂ ਆ, ਸੋ ਦੇਅਰਫੋਰ ਵੀ ਸਿੰਪਲੀ ਰਾਈਟ ਡੈਲਟਾ ਐਕਸ ਇਜ਼ ਇਕੁਅਲ ਟੂ ਡੈਲਟਾ ਏ ਪਲੱਸ ਡੈਲਟਾ ਬੀ। ਸੋ ਥੈਂਕ ਯੂ।